ਧੰਨ ਗੁਰੂ ਨਾਨਕ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੋਨੀ ਸੈਭੰ ਗੁਰ ਪ੍ਰਸਾਦ ਆਏ ਅਨਕ ਜਨਮ ਪਰਮ ਸਰਨੀ ਉਦਰ ਦੇ ਅੰਧਕੂਪ ਤੇ ਲਾਭੋ ਆਪਣੇ ਚਰਨੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੇ ਤਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਵਰਨੀ ਧੰਨ ਵਾਹਿਗੁਰੂ ਸਾਹਿਬ ਜੀਓ। ਰਾਗ ਕਾਨੜਾ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਮੇਰਾ ਮਨ ਸਾਧ ਜਨਾ ਮਿਲ ਹਰਿਆ ਹਾਂ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਰਹਾਉ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਗ ਭਰਿਆ। ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਦਰਿਆ। ਮਨੁਆ ਚਲੇ ਚਲੇ ਬਉ ਬਉ ਵਿਦ ਮਿਲ ਸਾਧੂ ਬਸਗਤ ਕਰਿਆ। ਜਿਉ ਜਲ ਤੰਤ ਪਸਾਰਿਓ ਬਦਕ ਗਰਸ ਮੀਨਾ ਬਸਗਤ ਖਰਿਆ। ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਜਨ ਮਲ ਲਈਐ। ਹਉਮੈ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਭਰਿਆ ਕਰਿਆ। ਮਸਤਕ ਲਿਲਾਟ ਲਿਖਿਆ ਤੁਰ ਠਾਕਰ ਗੁਰ ਸਤਿਗੁਰ ਚਰਨ ਉਰ ਤਰਿਆ। ਸਭ ਦਾਲਦ ਦੁਖ ਪੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਦਰਿਆ। ਬੜਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਸ਼ਚਲ ਚੌਰ ਛੱਤ ਦੇ ਸ਼ਹਿਨਸ਼ਾਹ ਮਾਲਕ ਸ਼ਬਦ ਗੁਰੂ ਸਦੀਮੀ ਗੁਰੂ ਕਰਨ ਕਾਰਨ ਸਮਰੱਥ ਗੁਰੂ ਪਤਤ ਉਦਾਹਰਨ ਗੁਰੂ ਅੰਤਰਜਾਮੀ ਦਾਤਾ ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਤਾ ਜੀ ਦੇ ਚਰਨ ਕਮਲਾਂ ਵਿੱਚ ਸਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸੱਚੇ ਪਾਤਸ਼ਾਹ ਕਰੋ ਮੇਰ ਦੀ ਨਜ਼ਰ ਜੀਵ ਤੇ ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ।
ਸਾਰੀ ਸੰਗਤ ਦਿਓ ਆਸ਼ੀਰਵਾਦ। ਸਾਰੀ ਸੰਗਤ ਆਪਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕੇ ਬੁਲਾਓ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ ਜਿਨ ਸਾਧ ਸੰਗ ਪਾਇਆ, ਸੋ ਪ੍ਰਭ ਆਪ ਤਰਾਇਆ। ਜਿਨੇ ਵੀ ਸਾਧ ਸੰਗਤ ਵੀ ਪਾਤਸ਼ਾਹ ਆਪ ਹੀ ਲਿਆਉਣ ਵਾਲੇ ਨੇ, ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਜ਼ਰੂਰ ਹੌਲੀ 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 ਉਹਨੂੰ ਸਾਰੀ ਸਮਝ ਦੇ ਕੇ ਤੇ ਉਹਨੂੰ ਆਪਦੇ ਚਰਨਾਂ 'ਚ ਜੋੜ ਲੈਂਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਜਿਹੜਾ ਹੈ, ਪਾਤਸ਼ਾਹ ਸਾਨੂੰ ਮਿਲਾਪ ਦਾ ਰਾਹ ਸਮਝਾਉਂਦੇ ਆ। ਅਸੀਂ ਸਾਰੇ ਵਿਛੜੇ ਹੋਏ ਹਾਂ, ਸੰਸਾਰ ਹੀ ਵਿਛੜਿਆ ਹੈ। ਇਹ ਸ਼ਬਦ ਦੇ ਵਿੱਚ ਪਹਿਲੀ ਲਾਈਨ ਤਾਂ ਪਾਤਸ਼ਾਹ ਨੇ ਇਹੀ ਆਪਾਂ ਕਈ ਵਾਰ ਕਰ ਚੁੱਕੇ ਹਾਂ ਵੀ ਮੇਰਾ ਮਨ ਇਹ ਸਾਧ ਸੰਗ 'ਚ ਆ ਕੇ ਹਰਾ ਹੋ ਗਿਆ। ਇਹਨੂੰ ਅੰਦਰੋਂ ਚਾਅ ਚੜ ਗਿਆ, ਇਹਨੂੰ ਸਾਰੀ ਗੱਲਾਂ ਹਰਿਆ ਦਾ ਮਤਲਬ ਸੁੱਕਾ ਸੀ, ਪਹਿਲਾਂ ਜਲਿਆ ਹੋਇਆ ਸੀ। ਕਾਹਦੇ ਨਾਲ ਜਲਿਆ ਸੀ? ਜਿਹੜੀ ਖਾਸ ਮੁੱਢਲੀ ਆ ਉਹ ਮੂਲ ਨੂੰ ਟੁੱਟ ਕੇ ਹਉਮੈ ਜਲਤ ਜਰੇ ਜਲ ਮੋਹ ਹੈ। ਭਰਮ ਆਏ ਦੂਜੇ ਪਾਏ, ਦੂਜੀ ਮਾਇਆ ਰਲ ਗਈ ਤੇ ਇੱਕ ਮੈਂ ਰਲ ਗਈ। ਇਹ ਦੋ ਰਲਣ ਨਾਲ ਅਸੀਂ ਹੁਣ ਸਾਡੇ ਅੰਦਰੋਂ ਇਹ ਗਈਆਂ ਨਹੀਂ ਹੈ ਚੀਜ਼ਾਂ, ਇਹਦੇ ਨਾਲ ਸੜੇ ਪਏ ਆ। ਸੜ ਗਿਆ ਤਾਂ ਸੁੱਕ ਗਿਆ, ਸੁੱਕ ਗਿਆ ਤਾਂ ਵਾਹਿਗੁਰੂ ਹਰਾ ਭਰਾ ਜੀਵਨ ਰੂਪ ਹੈ। ਸੁੱਕਿਆ ਮਰਿਆ ਹੁੰਦਾ ਹੈ। ਸ਼ਾਰਟਕੱਟ ਆਪਾਂ ਸ਼ਬਦਾਂ ਵਿੱਚ ਵਿਚਾਰ ਕਰ ਲੈਣੀ ਹੈ। ਤੇ ਇਹਦੇ ਵਿੱਚ ਤਾਂ ਸ਼ਬਦ ਦੇ ਵਿੱਚ ਤਾਂ ਪਾਤਸ਼ਾਹ ਜੀ ਨੇ ਬਹੁਤ ਵਿਸਥਾਰ ਨਾਲ ਆਪਣਾ ਮੁੱਕਣ ਵਾਲਾ ਹੀ ਕੰਮ ਨਹੀਂ। ਕਿਉਂ? ਇੱਕ ਮਨ ਨੂੰ ਕਾਬੂ ਕਰਨ ਨੂੰ ਕਿਹਾ ਵੀ ਕਿਵੇਂ ਕਾਬੂ, ਉਹ ਵੀ ਆਪਾਂ ਵਿਚਾਰਨ ਕਰਨੀ ਆ। ਇੱਕ ਹਉਮੈ ਨੂੰ ਦੂਰ ਕਰਨ ਦਾ ਤਰੀਕਾ ਦੱਸਿਆ ਵੀ ਹਉਮੈ ਵੀ ਸਾਧ ਸੰਗਤ 'ਚ ਹੀ ਦੂਰ ਹੋਣੀ ਆ, ਮਨ ਵੀ ਇੱਥੇ ਹੀ ਵਸ 'ਚ ਹੋਣਾ। ਇਹ ਸਾਰਾ ਵਿਸਥਾਰ ਦੇ ਵਿੱਚ ਆਪਾਂ ਸਾਰੀਆਂ ਗੱਲਾਂ ਸਮਝਣੀਆਂ। ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ, ਬੈਠੇ ਨੇ ਪਾਤਸ਼ਾਹ, ਤੇ ਆਪਾਂ ਸਾਰੇ ਉਹਦੇ ਪੁੱਤਰ ਹਾਂ। ਤੇ ਸਾਨੂੰ ਪਾਤਸ਼ਾਹ ਮਿਲਾਪ ਦਾ ਰਾਹ ਵਿਛੜਿਆ ਹੋਇਆ ਨੂੰ ਸਮਝਾ ਰਹੇ ਸ਼ੁਰੂ ਤੋਂ ਹੀ। ਵਾਹਿਗੁਰੂ ਇੱਕ ਹੈ ਜੋ ਸਰਬ ਵਿਆਪਕ ਹੈ, ਸੱਚਖੰਡ ਦਾ ਮਾਲਕ ਹੈ, ਉਹਦਾ ਘਰ ਵੀ ਬਣਾਇਆ ਹੈ, ਜਿਹਦੇ ਆਪਾਂ ਪੁੱਤਰ ਹਾਂ। ਆਪਾਂ ਇਹ ਸ਼ਾਰਟਕਟ ਸਟੋਰੀ ਜਿੰਨਾ ਚਿਰ ਸਮਝ ਨਹੀਂ ਆਉਂਦੀ, ਬਾਹਰੋਂ ਸਾਨੂੰ ਜਿਵੇਂ ਦੁਨਿਆਵੀ ਮਾਂ ਪਿਓ ਦਾ ਪੁੱਤ ਹੋਵੇ, ਮਾਂ ਪਿਓ ਦਾ ਦੁਨਿਆਵੀ ਪੁੱਤ ਹੋਵੇ, ਤੇ ਜਦੋਂ ਉਹ ਅੱਡ ਹੋ ਜੇ ਕਿਵੇਂ ਤਰੀਕੇ ਨਾਲ, ਇੱਥੇ ਦੁਨਿਆਵੀ ਬਾਪ ਨੂੰ ਅੱਡ ਪੁੱਤ ਹੁੰਦਾ ਹੀ ਹੈ, ਬਾਪ ਅਜੇ ਜਿਉਂਦਾ ਹੁੰਦਾ। ਇਹ ਅਜੇ ਸਮਝਣ ਵਾਸਤੇ ਆ ਗੱਲਾਂ, ਆਪਣੇ ਸਮਝ ਆ ਜੇ ਵੀ ਆਪਾਂ ਨੂੰ। ਕਿਉਂ? ਇਹ ਜਿਹੜਾ ਖੇਲ ਹੈ ਨਾ ਅੰਦਰਲਾ, ਇਹ ਸਾਰਾ ਸੂਖਸ਼ਮ ਹੈ। ਰੱਬ ਬਹੁਤ ਬਰੀਕ ਹੈ, ਸੂਖਸ਼ਮ ਹੈ, ਤੇ ਉਹਦਾ ਅਸੀਂ ਉਹਦੇ ਪੁੱਤ ਜੀਵ ਆਤਮਾ ਵੀ ਬਹੁਤ ਸੂਖਸ਼ਮ ਹੈ। ਜਿਹੜਾ ਅਸਲੀ ਸਰੀਰ ਹੈ ਅੰਦਰ, ਨਿਰੰਕਾਰ ਦੇ ਪੁੱਤ, ਨਿਰੰਕਾਰ ਦੇਖ ਲਓ, ਜਿਹਦਾ ਆਕਾਰ ਹੀ ਨਹੀਂ, ਉਹਦੇ ਗਾਂ ਆਕਾਰ ਬਣ ਕੇ ਬਾਬਾ ਨਾਨਕ ਬਣ ਕੇ ਸਾਨੂੰ ਇਹ ਜਮਾਇਆ ਹੋਇਆ, ਪੈਦਾ ਕੀਤਾ। ਹੁਣ ਬਾਬੇ ਨਾਨਕ ਦਾ ਇਹ ਹੁਕਮ ਚੱਲਦਾ, ਬਾਬੇ ਨਾਨਕ ਨੇ ਹੀ ਸਾਨੂੰ ਪੈਦਾ ਕੀਤਾ ਹੈ। ਬਾਬਾ ਨਾਨਕ ਸਮਝਣੀ ਆ ਗੱਲ, ਬਾਬਾ ਨਾਨਕ ਛੋਟਾ ਜਿਹਾ ਨਹੀਂ ਹੈ, ਸਰਬ ਵਿਆਪਕ ਹੈ। ਬਾਪ ਗੁਰੂ ਦਰਗਾਹ ਦਾ ਮਾਲਕ ਵੀ ਹੈ, ਵਸੀਟ ਵੀ ਹੈ, ਤੇ ਸ਼ਬਦ ਗੁਰੂ ਨੂੰ ਸਾਰਾ ਮੁਖੀ ਬਣਾਇਆ, ਉਹਦਾ ਨਾਮ ਜਿਹੜਾ ਸ਼ਬਦ ਗੁਰੂ ਹੈ। ਤੇ ਉਸ ਦੇ ਅਸੀਂ ਇਹ ਅੰਦਰਲੀ ਦੇ ਨਾਲ ਸਟੋਰੀ ਚੱਲੂ। ਤੇ ਬਾਪ ਇੱਥੇ ਦੁਨਿਆਵੀ ਨਾਲੋਂ ਵੱਖ ਹੋ ਕੇ ਜਾਇਦਾਦ ਅੱਡ ਸਮਝ ਕੇ ਉਹ ਖਾਂਦਾ ਪੀਂਦਾ ਵੀ ਬਾਪ ਦਾ ਹੀ ਹੋਵੇ। ਇੱਥੇ ਤਾਂ ਬਾਹਰ ਆਪਾਂ ਅੱਡ ਲੱਗ ਜਾਂਦੇ ਹਾਂ, ਆਪਦੀ ਮੈਂ ਕਰਕੇ ਅੱਡ ਹੁੰਦੇ ਆ। ਇੱਥੇ ਵੀ ਸਾਰੀ ਮੈਂ ਦੇ ਪੁਆੜੇ ਆ, ਬਾਹਰ ਵੀ ਬਈ ਮੈਂ ਬਾਪ ਤੇਰਾ ਅੱਖਾਂ ਨਹੀਂ ਮੰਨਣਾ,
ਐ ਅਸਲ ਗੱਲ, ਮੈਂ ਆਪਦੀ ਮਰਜ਼ੀ ਨਾਲ ਚੱਲੂ। ਇਹ ਗੱਲ ਸਿੱਧੀ ਹੈ ਤਾਂ ਉਹੀ ਬੰਦੇ ਅੱਡ ਹੁੰਦੇ ਆ, ਨਹੀਂ ਅੱਡ ਨਹੀਂ ਹੁੰਦੇ। ਜਿਹੜੀ ਆਪਦੀ ਮਰਜ਼ੀ ਨਹੀਂ, ਜਿਹੜਾ ਕਹਿੰਦਾ ਬਾਪ ਮੇਰਾ ਬਹੁਤ ਸਿਆਣਾ ਹੈ, ਮਾਂ ਪਿਓ ਬਹੁਤ ਸਿਆਣੇ ਨੇ, ਤੇ ਜੋ ਕੋ ਕਰਨਗੇ ਉਹ ਠੀਕ ਹੀ ਮੇਰੇ ਭਲੇ ਲਈ ਕਰ ਰਹੇ ਨੇ, ਤੇ ਮੈਂ ਆਪਦਾ ਰੋਟੀਆਂ ਖਾਵਾਂ, ਇਹਨਾਂ ਦੇ ਆਗਿਆਕਾਰੀ ਪੁੱਤ ਬਣ ਕੇ ਰਹਾਂ। ਇਹ ਬਾਹਰੋਂ ਇਉਂ ਆ। ਇੱਧਰ ਵੀ ਹੁਣ ਆਗਿਆਕਾਰੀ ਪੁੱਤ ਹੀ ਮੁੜ ਕੇ ਬਣਨਾ ਹੈ, ਗੁਰੂ ਵਾਲਾ ਬਣ ਕੇ। ਹੁਣ ਅਸੀਂ ਆਪਦੀ ਮਰਜ਼ੀ ਜਿਹੜੀ ਹੈ, ਜਿਹਨੂੰ ਰਜਾਈ ਕਹਿੰਦੇ ਆ ਪਾਤਸ਼ਾਹ, ਤੇ ਜਿਹਨੂੰ ਪਾਤਸ਼ਾਹ ਜੀ ਨੇ ਸਾਰਾ ਨਿਬੇੜਾ ਹੀ ਕਰ ਦਿੱਤਾ, ਪੁੱਤਰਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਬਸ ਤੈਨੂੰ ਮੈਂ ਦੁਨੀਆ 'ਚ ਭੇਜਣ ਲੱਗਾ। ਇਹ ਆਪਾਂ ਗੱਲ ਆ ਸਾਰੇ ਸ਼ਬਦ ਹੀ ਸਮਝਣੀ ਹੈ। ਮਨ ਕਿਵੇਂ ਅੱਡ ਹੋਇਆ, ਤੇ ਮਾਇਆ ਜਿਹੜੇ ਹਉਮੈ ਆ ਜਿਹੜੀ, ਉਹਦੇ ਕਰਕੇ ਉਹ ਹਉਮੈ ਰਜਾਈ ਹੋ ਗਿਆ। ਆਪਦੀ ਮਰਜ਼ੀ ਨਾਲ, ਬਈ ਮੈਂ ਆਪਦੀ ਮਰਜ਼ੀ ਨਾਲ ਜਿਉਣਾ ਜਿੱਦਣ ਦਾ ਦੁਨੀਆ 'ਚ ਆ ਗਿਆ, ਤੇ ਬਾਪੂ ਤੇਰੀ ਮਰਜ਼ੀ ਨਾਲ ਨਹੀਂ ਜਿਉਣਾ। ਅੱਜ ਆ ਗੁਰੂ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਤਰਸ ਕੀਤਾ, ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ, ਇਹ ਤਰਸ ਕੀਤਾ ਉਹਨੇ, ਜਿਹੜੇ ਸਾਨੂੰ ਆਪਣਾ ਗੁਰੂ ਪਾਤਸ਼ਾਹ ਮਿਲਾਏ ਨੇ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੀਵੇ ਹਰਿਆ। ਆਹ ਲਾਈਨ ਆਪਾਂ ਪੂਰੀ ਕਰਨੀ ਵੀ ਵਾਹਿਗੁਰੂ ਤੇਰਾ ਨਾਮ, ਤੇਰਾ ਬਾਪ ਤੇਰਾ ਨਾਮ ਆਖਦਾ ਤਾਂ ਜਿਉਣਾ ਹੈ, ਤੇ ਮੇਰਾ ਤਨ ਮਨ ਹਰਿਆ ਹੋ ਗਿਆ। ਤਨ ਮਨ ਐਨ ਅੰਦਰਲਾ, ਬਾਹਰਲਾ ਸਰੀਰ ਨਹੀਂ ਹੈ, ਅੰਦਰਲਾ ਤਨ ਮਨ ਸਾਰਾ ਉਹਦਾ ਹੈ। ਮਨ ਵੀ ਉਹਦਾ ਹੀ ਪੁੱਤ ਹੈ, ਤੇ ਤਨ ਵੀ ਉਹੀ। ਅੰਦਰਲੇ ਸਰੀਰ ਨੂੰ ਸਾਰੇ ਨੂੰ ਸਮਝਾਉਂਦੇ ਆ। ਜੀਵਾਤਮਾ ਦੇ ਵਿੱਚ ਅੰਦਰਲਾ ਸਰੀਰ ਜੋ ਪ੍ਰਕਾਸ਼ ਦਾ ਬਣਿਆ, ਵਾਹਿਗੁਰੂ ਸਾਡਾ ਬਾਪ ਪ੍ਰਕਾਸ਼ ਹੈ, ਠੰਡਾ ਪ੍ਰਕਾਸ਼। ਇਹ ਨਹੀਂ ਵੀ ਗਰਮ ਪ੍ਰਕਾਸ਼ ਹੈ। ਸੂਰਜ ਹੁਣੀ ਤਾਂ ਦੇਵਤੇ ਗਰਮ ਬਣਾਏ ਨੇ, ਉਹਦੇ ਬਣਾਏ ਹੁਕਮ ਥੱਲੇ ਚੱਲ ਰਹੇ ਆ। ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਰਜਾਈ ਕਿਹਾ ਸੀ ਵੀ ਮੇਰੀ ਗੁਰੂ ਸਾਹਿਬ ਦੀ ਮਰਜ਼ੀ ਨਾਲ ਚੱਲੀ ਜਾਏ। ਮਤਲਬ ਇਹ ਹੈ ਗੁਰੂ ਸਾਹਿਬ ਦੀ ਕਿਉਂ, ਗੁਰੂ ਸਾਹਿਬ ਦਾ ਹੀ ਹੁਕਮ ਚੱਲਦਾ ਹੈ, ਗੁਰੂ ਸਾਹਿਬ ਦਾ ਹੀ ਆਪਾਂ ਖਾਨਾ ਪਹਿਨਦੇ ਹਾਂ, ਸਾਰਾ ਕੁਝ ਗੁਰੂ ਸਾਹਿਬ ਦਾ ਹੀ ਦਿੱਤਾ ਹੋਇਆ, ਖਾਨੇ ਪਹਿਨਦੇ ਆ। ਦੇਖੋ ਇੱਧਰ, ਪਰ ਮਰਜ਼ੀ ਆਪਦੀ ਕਰਦੇ ਆ ਮਨਮੁਖਤਾਈ ਹੈ। ਕਿਉਂ? ਸਾਨੂੰ ਅਸੀਂ ਮਾਂ ਆਪਦੀ ਹਉਮੈ ਬਣਾ ਲਈ। ਮੈਂ ਮਨ ਨੇ ਨਾ ਹਉਮੈ, ਮਾਂ ਇਹਦੀ। ਇਹ ਦੋ ਤਿੰਨ ਪੁਆੜੇ ਆ ਜਿਹੜੇ ਹੁਣ ਤੁਸੀਂ ਸਮਝਣਾ ਵੀ ਆਪਾਂ ਕਿਉਂ ਨਹੀਂ ਰੱਬ ਨਾਲ ਮਿਲਦੇ, ਹੁਣ ਮੁੜ ਕੇ ਕਿਉਂ ਨਹੀਂ ਮਿਲਦੇ। ਸਾਨੂੰ ਨਾ ਇੱਕ ਮੈਂ, ਇੱਕ ਆ ਬਾਹਰਲਾ ਸਰੀਰ, ਇੱਕ ਮਾਇਆ, ਦੂਜਾ ਭਾਏ ਮਾਇਆ ਜਿਹੜੀ ਬਾਹਰ ਸਾਰੀ ਦਿਸਦੀ ਹੈ, ਪੰਜਾਂ ਤੱਤਾਂ ਦੀ ਖੇਡ ਬਣੀ ਹੋਈ ਹੈ। ਤੇ ਆ ਸਰੀਰ ਵੀ ਮਾਇਆ ਦਾ ਪੁਤਲਾ ਹੈ। ਤੇ ਤੀਜੇ ਇੱਕ ਹਉਮੈ ਮਾਂ, ਮਨ ਦੀ ਮਾਂ। ਗੱਲ ਸਮਝਣੀ ਆ, ਮਨ ਦੀ ਮਾਂ। ਅਸੀਂ ਉਹਦੇ ਆਖੇ ਚੱਲ ਰਹੇ ਹਾਂ। ਅੱਜ ਉਹ ਮਨ ਸਾਡਾ ਮੰਨ ਨਹੀਂ ਰਿਹਾ ਬਈ ਵਾਹਿਗੁਰੂ ਕਹੀਏ, ਮਨ ਨਹੀਂ ਮੰਨ ਰਿਹਾ। ਅਸੀਂ ਮਿਲਾਪ ਹਾਸਲ ਕਰੀਏ, ਐਵੇਂ ਉੱਤੋਂ ਕਰਦੇ ਹਾਂ। ਮਨ ਜਿੱਦਣ ਮੰਨ ਗਿਆ ਨਾ ਬਈ ਉਧਰ ਪਿਆਰ ਪੈ ਗਿਆ, ਤੇ ਉਹ ਮੈਂ ਪੈਣ ਨਹੀਂ ਦਿੰਦੀ, ਮੈਂ ਪੈਣ ਨਹੀਂ ਦਿੰਦੀ ਮਨ ਨੂੰ। ਇਹ ਤਿੰਨ ਚਾਰ ਜਿਹੜੇ ਨੇ, ਚੌਕੜੀ ਜਿਹੜੀ ਹੈ, ਇਹ ਸਾਰੀ ਨੂੰ ਛੱਡਣਾ ਪੈਣਾ ਹੈ, ਛੱਡਣਾ ਪੈਣਾ। ਗੱਲ ਆ ਸਮਝਣੀ ਹੈ, ਤਾਂ ਮਿਲਾਪ ਹੋਣਾ ਹੈ। ਹਉਮੈ ਦਾ ਵੀ ਮੋਹ ਛੱਡਣਾ ਪੈਣਾ, ਸਰੀਰ ਦਾ ਵੀ ਬਾਹਰਲੇ ਦਾ ਮੋਹ ਛੱਡਣਾ ਪੈਣਾ, ਤੇ ਮਾਇਆ ਨੂੰ ਵੀ ਅੰਦਰੋਂ ਛੱਡਣਾ। ਅੰਦਰੋਂ ਰਹਿਣ ਦਾ ਬਾਪ ਦੇ ਘਰ ਹੀ ਹੈ, ਬਾਪ ਹੀ ਸਾਰੇ ਵਿਆਪਕ ਹੈ, ਪਰੰਤੂ ਇਹ ਚੀਜ਼ਾਂ ਨਾਲ ਮੋਹ ਇਹਨਾਂ ਨਾਲ ਪਾਇਆ, ਰੱਬ ਨਾਲ ਤੋੜੀ ਬੈਠਾ ਹੈ, ਆਪਦੇ ਅਸਲੀ ਮਾਂ ਪਿਓ ਨਾਲ ਤੋੜੀ ਬੈਠਾ ਹੈ। ਉਹਦੇ ਨਾਲ ਹੁਣ ਮੁੜ ਕੇ ਉਹਦੇ ਘਰੇ ਜਾਣਾ ਹੈ, ਉਹਦੇ ਨਾਲ ਹੀ ਮਿਲਾਪ ਹਾਸਲ ਕਰਨਾ ਹੈ, ਉਹਦੇ ਹੀ ਦਰਸ਼ਨ ਭਾਲਦੇ ਹਾਂ ਆਪਾਂ। ਸਾਰੀ ਗੱਲ ਉਹਦੀ ਗੱਲ। ਆ ਦੂਜੀ ਲਾਈਨ 'ਚ ਕਹਿਤਾ ਵੀ ਸਾਧ ਸੰਗਤ ਤੋਂ ਬਲਿਹਾਰੇ ਜਾਵਾਂ 4 ਵਾਰ। 4 ਵੇ ਦੇਖੋ ਕਦੇ ਕਿਉਂ ਸਾਧ ਸੰਗਤ ਦੇ ਵਿੱਚ ਇੱਥੇ ਆ ਕੇ ਸਾਨੂੰ ਪਤਾ ਲੱਗਿਆ, ਗੁਰੂ ਸਾਹਿਬ ਨੇ ਸਾਨੂੰ ਸਾਰੀਆਂ ਗੱਲਾਂ ਸਮਝਾਈਆਂ। ਪੁੱਤਰਾ ਤੂੰ ਮੇਰਾ ਪੁੱਤ ਸੀ, ਜੀਵ ਆਤਮਾ ਕਿਵੇਂ ਤੂੰ ਅੱਡ ਹੋਇਆ। ਆ ਹੁਣ ਗੱਲਾਂ ਆਪਾਂ ਜਿਹੜੀਆਂ ਵੀ ਸਮਝ ਰਹੇ ਹਾਂ, ਇਹ ਸਤਿਗੁਰ ਦੇ ਬਚਨਾਂ ਰਾਹੀਂ ਨੇ। ਇਹ ਵੀ ਕਹਿ ਦਿੱਤਾ ਹਉਮੈ ਵਿੱਚ ਪ੍ਰਭ ਕੋਏ ਨਾ ਪਾਏ, ਚਲੋ ਬੋਲੋ ਭੂਲਾ ਜਨਮ ਗਵਾਏ। ਆ ਦੇਖੋ ਕੀ ਗੱਲ, ਮੈਂ ਉਹ ਜਿਹੜੀ ਟਰਾਂਸਲੇਟ ਉਹਦੀ ਗੁਰੂ ਸਾਹਿਬ ਦੇ ਬਚਨਾਂ ਨੂੰ ਹੀ ਵਿਚਾਰ ਦੇ ਵਿੱਚ ਸਮਝ ਕਿ ਉਹ ਸਾਨੂੰ ਸਿੱਧੇ ਲਫ਼ਜ਼ਾਂ 'ਚ ਵਿਚਾਰ ਸਮਝ ਲੱਗ ਜੇ। ਮਹਾਰਾਜ ਕਹਿੰਦੇ ਜਿੰਨਾ ਚਿਰ ਮੈਂ ਆ ਨਾ, ਕੋਈ ਰੱਬ ਨੂੰ ਨਹੀਂ ਪਾ ਸਕਦਾ।
ਉਹ ਤਾਂ ਕਹਿੰਦੇ ਮੂਲ ਨਹੀਂ ਭੁੱਲਿਆ ਪਿਆ, ਰੱਬ ਨੂੰ ਹੀ ਭੁੱਲਿਆ ਪਿਆ। ਰੱਬ ਨੂੰ ਅੱਡ ਹੋਇਆ ਤਾਂ ਤੂੰ ਹਉਮੈ ਕਰਕੇ ਅੱਡ ਹੋਇਆ। ਹਉਮੈ ਦੀ ਗੱਲ ਅੱਜ ਸੰਸਾਰ ਦੇ ਵਿੱਚ ਕੋਈ ਕਰਕੇ ਰਾਜੀ ਨਹੀਂ ਹੈ। ਆਪਾਂ ਨੂੰ ਵੀ 20-30 ਸਾਲਾਂ ਬਾਅਦ ਪਤਾ ਲੱਗਣਾ ਬਈ ਹਉਮੈ ਕਈ ਚੀਜ਼ ਆ। ਸਾਰਾ ਦਿਨ ਮੈਂ ਕਰੀ ਜਾਂਦੇ, ਮੈਂ ਸਾਰਾ ਦਿਨ ਮੈਂ ਕਰੀ ਜਾਂਦੇ। ਦੇਖ ਤੇ ਇਹੀ ਨੇ ਤਾਂ ਪੁਆੜੇ ਦੇ ਜੜ ਗਏ, ਇਸੇ ਨੇ ਤਾਂ ਸਰੀਰ ਧਾਰਿਆ, ਇਸੇ ਨੇ 84 ਲੱਖ ਦੇ ਸਰੀਰ ਦੇਣੇ ਆ, ਇਸੇ ਨੇ ਜੰਮ ਪਾਇਆ। ਸਾਰਾ ਪੁਆੜਾ ਹੀ ਇਹਦਾ ਹੈ। ਜੇ ਹਉਮੈ ਜਾਈ ਤਾਂ ਕੰਤ ਸਮਾਈ, ਉਦਣ ਹੀ ਰੱਬ ਮਿਲ ਜਾਣਾ। ਤੇ ਸਾਧ ਸੰਗਤ ਜੇ ਹਉਮੈ ਮਾਰੀ ਤਾਂ ਕੋ ਬਿਨੇ ਮਰਾਰੀ, ਉਹਨੂੰ ਮਰਾਰੀ ਰੱਬ ਮਿਲਣਾ। ਜਿਹਨੇ ਸਾਧ ਸੰਗਤ ਹਉਮੈ ਮਾਰੀ। ਆ ਹਉਮੈ ਨੂੰ ਮਾਰਨ ਦੇ ਸਾਰੇ ਤਰੀਕੇ ਨੇ। ਵਾਹਿਗੁਰੂ ਕਿਉਂ ਕਿਹਾ? ਇਹ ਉਹਦੇ ਤੇ ਡਾਂਗ ਵੱਜਦੀ ਆ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕਠਾਏ। ਅੰਦਰ ਜਿਹੜੇ ਆ ਇਹ ਦੋਵੇਂ ਨਹੀਂ ਬਸ ਸਕਦੇ। ਜਾਂ ਕਹਿੰਦੀ ਮੈਂ ਰਹੂੰਗੀ, ਜਾਂ ਵਾਹਿਗੁਰੂ ਰਹੂ। ਇੱਕ ਰਹੂ, ਦੋਹਾਂ ਚੋਂ ਦੇਖ ਲਾ। ਹੁਣ ਇੱਕ ਨੂੰ ਕੱਢਣਾ ਹੈ, ਇੱਕ ਨੂੰ ਵਸਾਉਣਾ ਹੈ। ਤੇ ਉਹ ਹਉਮੈ ਦਾ ਜਿਹੜਾ ਪਰਿਵਾਰ ਹੈ ਨਾ, ਮੈਂ ਜਿੱਦਣ ਦੀ ਪੈਦਾ ਹੋਈ ਅੱਡ ਹੋਇਆ ਬਾਪ ਨਾਲੋਂ, ਉਦੋਂ ਤੋਂ ਨਾ ਇਹਦੀ ਸਾਰੀ ਕਸੰਗ ਹੋ ਗਿਆ। ਸਰੀਰ ਨਾਲ ਰਲ ਗਿਆ, ਇੱਕ ਬੜਾ ਜੱਬਖਾਨਾ ਬਾਹਰਲਾ। ਤੇ ਇਹਨਾਂ ਰਲ ਕੇ ਨਾ ਤੇ 5 ਇਹਨਾਂ ਨੇ ਪੁੱਤ ਪੈਦਾ ਕਰ ਲਏ। ਕਾਮ, ਕ੍ਰੋਧ, ਲੋਭ, ਹੰਕਾਰ, ਆਸਾ, ਮਨਸਾ, ਬੜਾ ਪਰਿਵਾਰ ਬਣਾ ਲਿਆ। ਹੁਣ ਮਨ ਇਹ ਪਰਿਵਾਰ ਦੇ ਵਿੱਚ ਸਾਰੇ 'ਚ ਰੁੱਝਿਆ ਪਿਆ। ਸਾਰੇ ਪਰਿਵਾਰ 'ਚ ਹਉਮੈ ਨਹੀਂ ਵੀ ਹਉਮੈ ਕੱਲੀ ਮੈਂ ਹੀ ਕਹਿਣਾ। ਇਹ 5 ਦੂਤ ਸਾਰਾ ਦਿਨ ਉਹਦੇ ਪੁੱਤ ਮੈਂ ਦੇ ਮਾਂ ਨੂੰ ਤਾਂ ਕਹਿੰਦੇ ਪਿੱਛੇ ਰਹੀ ਤੂੰ, ਤੈਨੂੰ ਤਾਂ ਨੇੜੇ ਨਹੀਂ ਆ ਸਕਦੇ ਜਿੰਨਾ ਚਿਰ ਅਸੀਂ ਹੈਗੇ। ਸਾਰਾ ਗੰਦਾ ਟੱਬਰ ਹੈ ਇਹ, ਸਾਰਾ ਗੰਦਾ ਟੱਬਰ ਆ। ਰੱਬ ਦੇ ਪੁੱਤ ਦਾ ਅੱਡ ਹੋ ਕੇ ਤੇ ਇਹ ਦੁਖੀ ਹੋਇਆ ਫਿਰਦਾ ਹੈ ਬੰਦਾ ਵਿਛੜ ਕੇ। ਤੇ ਬਾਪ ਨੂੰ ਕਿਸੇ ਦਿਨ ਜਿਹੜਾ ਅੰਮ੍ਰਿਤ ਛਕਦਾ ਹੈ, ਬਾਪ ਨੂੰ ਉਹਦੇ ਤੇ ਤਰਸ ਆ ਗਿਆ ਵੀ ਇਹ ਪੁੱਤ ਨੂੰ। ਤੇ ਉਹ ਦੁਖੀ ਹੋਇਆ, ਰੋਂਦਾ ਹੈ। ਬਰਾਗ ਪਹਿਲਾਂ ਤਾਂ ਬਰਾਗ ਰੋਣ ਦਾ ਹੈ ਵੀ ਦੁਖੀ ਹੋਇਆ ਰੋਂਦਾ ਹੈ ਬੰਦਾ ਵੀ ਮੈਨੂੰ ਤਾਂ ਕਿਤੋਂ ਸੁੱਖ ਲੱਭਿਆ ਹੀ ਨਹੀਂ ਯਾਰ। ਇਹ ਤਾਂ ਮੇਰੇ ਸਾਰੇ ਬੈਰੀ ਤਾਂ ਨਹੀਂ, ਇਹਨਾਂ ਮੈਂ ਸਾਰਿਆਂ ਨੂੰ ਭੋਗ ਕੇ ਦੇਖ ਲਿਆ। ਇਹਨਾਂ ਨੇ ਤਾਂ ਮੈਨੂੰ ਸਗੋਂ ਦੁਖੀ ਕੀਤਾ। ਇਹ ਉਹਨੂੰ ਹੌਲੀ ਹੌਲੀ ਪਛਤਾਵਾ ਹੋਊਗਾ ਤਾਂ ਉਹ ਗੁਰੂ ਸਾਹਿਬ ਦੇ ਲੜ ਲੱਗੂ। ਇਹ ਤਾਂ ਗੱਲ ਖਰਾਬ ਆ। ਤੇ ਫੇਰ ਸਾਹਮਣੇ ਦੇਖਦਾ ਵੀ ਜਿਹੜੇ ਸਰੀਰ ਮਗਰ ਲੱਗਿਆ ਹੋਇਆ, ਜਿਹੜੇ ਸਰੀਰ ਦੇ ਵਿੱਚ ਟੱਬਰ ਹੈ ਸਾਰਾ, ਜਿਹੜਾ ਤੂੰ ਆਪਦੀ ਮੈਂ 'ਚ ਬਣਾਈ ਬੈਠਾ ਹੈ, ਤੇ ਉਹ ਤਾਂ ਸਰੀਰ ਹੀ ਨਹੀਂ ਰਹਿਣਾ। ਇਹਨੂੰ ਇਹ ਵੀ ਦੱਸ ਪੈਂਦਾ ਮੇਰਾ ਸਰੀਰ ਹੀ ਨਹੀਂ ਰਹਿਣਾ ਬਾਹਰਲਾ। ਤੂੰ ਕੌਣ ਆ ਬਈ? ਤੂੰ ਆਪ ਵਿੱਚੋਂ ਕੌਣ ਆ? ਫੇਰ ਉਹਨੂੰ ਸੁਰਤ ਆਉਂਦੀ ਆ ਵੀ ਮਾੜੀ ਜੀ ਬੇਟਾ। ਤੇ ਇਹ ਤਾਂ ਵਿੱਚੋਂ ਕੱਢ ਕੇ ਲਿਜਾਣ ਵਾਲਾ ਕੌਣ ਆ ਤੇ ਭੇਜਣ ਵਾਲਾ ਕੌਣ ਆ ਤੇ ਮੈਂ ਕੌਣ ਆ? ਇਹ ਸਾਰੀਆਂ ਗੱਲਾਂ ਸਾਧ ਸੰਗਤ 'ਚ ਪਤਾ ਲੱਗਣੀਆਂ। ਸਾਧ ਸੰਗਤ 'ਚ ਕਹਿੰਦੇ ਆ ਨਾ ਵੀ ਆਪਾਂ ਇਹ ਬਲਿਆਰੇ ਜਾਵਾਂ ਮੈਂ ਸਾਧ ਜਨਾਂ ਤੋਂ, ਵੀ ਸਾਧ ਜਨਾਂ ਤੋਂ ਬਲਿਆਰੇ ਜਾਵਾਂ ਜਿਨ੍ਹਾਂ ਨੇ ਮੈਨੂੰ ਪਾਰ ਧਾਰਤਾ, ਮੈਨੂੰ ਸੱਚਖੰਡ ਪਹੁੰਚਾਤਾ। ਸਾਧ ਸੰਗਤ ਦੇ ਵਿੱਚ ਸੱਚੇ ਪਾਤਸ਼ਾਹ ਦੇ ਬਚਨਾਂ ਰਾਹੀਂ ਆਪਦੇ ਪੁੱਤ ਨੂੰ ਮਿਲਾਪ ਦਾ ਰਾਹ ਸਮਝਾਉਂਦੇ ਆ। ਤੇ ਕਿਵੇਂ ਤੂੰ ਵਿਛੜਿਆ, ਸਾਰੀਆਂ ਦੱਸਣੀਆਂ ਕਿਹੜੇ ਤੇਰੇ ਬੈਰੀ ਨੇ, ਕਿਹੜੇ ਤੇਰੇ ਮਿੱਤਰ ਨੇ, ਕਿਵੇਂ ਤੂੰ ਹਉਮੈ ਨੂੰ ਕੱਢਣਾ ਹੈ ਤੇ ਕਿਵੇਂ ਨਿਕਲੂਗੀ। ਇਹਦੀ ਸਮਝ ਸਾਰੀ ਇਹ ਮਾਨੇ ਦਾ ਪੁੱਤ ਬਣਿਆ ਹੋਇਆ ਜਿਹੜਾ ਉਹ ਇਹ ਹਉਮੈ ਦਾ। ਤੇ ਇਹ ਸਾਰੀ ਚਾਰ ਚੌਂਕੜੀ, ਇਹ ਚੌਂਕੜੀ ਸਮਝ ਲਾ। ਵਿੱਚੇ ਮਨ ਰਲ ਗਿਆ, ਸਰੀਰ ਰਲ ਗਿਆ ਬਾਹਰਲਾ। ਇਹ ਚੰਡਾਲ ਚੌਂਕੜੀ ਹੈ। ਚੰਡਾਲ ਚੌਕੜੀ ਦੇ ਵਿੱਚ ਫਸੇ ਹੋਏ ਆ। ਤੇ ਚੰਡਾਲ ਚੌਕੜੀ ਵਿੱਚੋਂ ਇਸ ਨੂੰ ਮੁੜ ਕੇ ਰੱਬ ਵਾਲਾ ਪੁੱਤ ਤੇ ਰੱਬ ਵਾਲੇ ਸਾਰੇ ਉਹ ਗੰਦੇ ਵਿੱਚੋਂ ਨਾਸ ਹੋਣੇ। ਹੁਣ ਹੁਕਮ ਤਾਂ ਨਹੀਂ ਨਾਸ ਹੋਣ ਵਾਲਾ, ਹੁਣ ਇੱਕ ਚੀਜ਼ ਦੇ ਨਾਸ ਹੋਣਾ। ਤੇ ਸਾਡੀ ਜਿਹੜੀ ਮੈਂ ਆ ਨਾ ਝੂਠੀ ਬਣੀ, ਝੂਠਾ ਹੀ ਸਰੀਰ ਹੈ, ਝੂਠਾ ਹੀ ਕਾਮ, ਕ੍ਰੋਧ, ਲੋਭ, ਹੰਕਾਰ ਹੋਣੀ ਨੇ। ਸਭ ਝੂਠੇ ਨੇ, ਕੂੜੇ। ਮਾਇਆ ਵੀ ਬਾਹਰਲੀ ਝੂਠੀ ਹੈ। ਇਹ ਸਾਨੂੰ ਕੱਖ ਨਹੀਂ, ਰਹਿਣ ਵਾਲੀ ਨਹੀਂ ਹੈ। ਇਹਨੂੰ ਨਾਸ ਕਰਨਾ ਸਾਰੀ ਨੂੰ। ਇਹਨਾਂ ਟੱਬਰ ਮਾਰਨਾ ਹੈ। ਜਦੋਂ ਇਹ ਮਰ ਗਿਆ ਤਾਂ ਉਦੋਂ ਮਨ ਮਰਨਾ ਹੈ। ਤੇ ਮਨ ਕਹਿੰਦੇ, ਮਹਾਰਾਜ ਕਹਿੰਦੇ ਦੂਜੀ ਲਾਈਨ 'ਚ ਤਾਂ ਇਹ ਪਾਤਸ਼ਾਹ ਨੇ ਕਿਹਾ ਵੀ ਸਾਧ ਜਨਾਂ, ਹੁਣ ਆਪਾਂ ਸ਼ਬਦ ਦੇ ਵਿੱਚ ਸਾਰਾ ਸ਼ਬਦ ਪੜ੍ਹ ਦਿੱਤਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ। ਤੇ ਦੂਜੇ ਲਾਈਨ ਤੋਂ ਆਪਾਂ ਚੱਲੀਏ ਅੱਗੇ ਤਾਂ ਪਾਰ ਉਤਰਿਆ ਤਾਂ ਜਾ ਕੇ ਕਹਿੰਦਾ ਸੱਚਖੰਡ ਪਹੁੰਚ ਗਿਆ। ਦੂਜੀ ਲਾਈਨ ਹੈ, ਮਹਾਰਾਜ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੇਰੇ ਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਬੈਠੇ ਨੇ।
जिन्हां तो चिपता लेनी। आम साध जना पग भरिया। मैं ना ਜਿਹੜੇ ਆਸਾਦ ਜਨ ਜਿਹੜੇ ਨੇ ਰੱਬ ਦੇ ਪੁੱਤ ਉਹਨਾਂ ਨੂੰ ਸਾਧ ਪਾਤਸ਼ਾਹ ਦੱਸਦੇ, ਸਾਧੂ ਆਪ ਸਾਧ ਬਣਾਉਂਦੇ। ਇਹ ਵੀ ਆਪਣੇ ਭੁਲੇਖੇ ਦੂਰ ਹੋ ਜਾਣ, ਬਾਹਰ ਸ਼ਬਦ ਇਹੋ ਜਿਹੇ ਵਰਤੇ ਜਾਣ। ਪੁੱਤਰਾਂ ਨੂੰ ਸਾਧ ਜਨ, ਸੰਗਤ ਨੂੰ ਸਾਧ ਜਨ ਕਹਿੰਦੇ। ਕਹਿੰਦੇ ਮੈਂ ਇਹਨਾਂ ਦੇ ਚਰਨੀ ਡਿੱਗਿਆ ਰਵਾਂ। ਹੁਣ ਦੇਖੋ ਦਾਸਾ ਭਾਵ ਸਾਧ ਜਨਾਂ ਦੀ ਧੂੜ ਬਣ ਜਾਣੀ ਭਾਵ ਇਹ ਆ। ਕਿਉਂ? ਇਹਨਾਂ ਤੋਂ ਬਿਨਾਂ ਮੈਂ ਤਰਨਾ ਨਹੀਂ। ਹੁਣ ਧੂੜ ਬਣੇ, ਜੇ ਧੂੜ ਨਹੀਂ ਬਣਦਾ ਤਾਂ ਹੰਕਾਰੀ ਆ। ਹਉਮੈ ਦਾ ਪੁੱਤ ਪੂਰਾ ਖੜਾ ਅੰਦਰ, ਤੇ ਉਹਨੂੰ ਤਾਂ ਲਿਆ ਕੇ ਇੱਥੇ ਮਾਰਨਾ ਹੈ। ਤੇ ਜੇ ਇੱਥੇ ਵੀ ਹੰਕਾਰ ਕਰੀ ਗਏ ਸਾਜ ਮੇਰੇ ਵਰਗਾ ਕਿਹੜਾ ਇੱਥੇ, ਮੈਂ ਤਾਂ ਸਭ ਕੁ ਬਾਣੀ ਜਾਣਦਾ, ਮੈਂ ਸਭ ਕੁਝ ਜਾਣਦਾ, ਫੇਰ ਕੋਈ ਫਾਇਦਾ ਨਹੀਂ ਇੱਥੇ ਆਏ ਦਾ। ਇੱਥੇ ਤਾਂ ਇਹ ਮਨ, ਇਹ ਜਿਹੜਾ ਹਉਮੈ ਆ ਨਾ, ਮੈਂ ਇਹ ਧਾਰਮਿਕ ਪਾਸੇ ਵੀ ਆ ਕੇ ਮਾਰਨੀ ਆ। ਧੰਨ ਧੰਨ ਸਾਧ ਜਿਨ ਹਰ ਪ੍ਰਭ ਜਾਣਿਆ। ਹੁਣ ਗੁਰੂ ਸਾਹਿਬ ਤੋਂ ਬਗੈਰ ਰੱਬ ਨੂੰ ਕੌਣ ਜਾਣਦਾ? ਤੇ ਉਹਨਾਂ ਕੋਲੇ ਆ ਕੇ ਬੈਠੇ ਆ ਆਪਾਂ। ਗੁਰੂ ਸਾਹਿਬ ਹੀ ਜਾਣਦੇ ਨੇ। ਵਾਹਿਗੁਰੂ ਬਾਬਾ ਨਿਰੰਕਾਰ, ਆਪ ਤੇ ਨਿਰੰਕਾਰ, ਆਪ ਦੀ ਸਾਰੀ ਜਾਣਕਾਰੀ ਦੇ ਦਿੱਤੀ। ਮਿਲ ਸੰਗਤ ਹੈ ਸਾਧੂ ਉਧਰਿਆ, ਪਤਤ ਉਧਰਿਆ। ਮਿਲ ਸਾਧੂ ਦੇ ਨਾਲ ਪਤਤ ਉਧਰਿਆ। ਪਤ ਇਹ ਪਹਿਲਾਂ ਪਾਸ ਗਏ। ਤੇ ਜਿਹੜੇ ਸਾਧੂ ਕੋਲੇ ਆ ਕੇ ਨਾ ਪਾਪੀ ਵੀ ਤਰ ਗਏ, ਫਿਰ ਆਪਣੇ ਕੋਲ ਆਦਨਾ ਗਨਕਾ ਪਾਪਣ ਹੋਏਗੀ, ਪਾਪਾਂ ਦਾ ਗਾਹਾਰ ਪੜੋਤਾ। ਉਧਰਲੇ ਪਾਸੇ ਵੀ ਪਾਤਸ਼ਾਹ ਨੇ ਸਾਨੂੰ ਉਦਾਹਰਨ ਦੇ ਦਿੱਤੀ। ਤੇ ਮਹਾਂਪੁਰਖ ਜਾਣ ਚੱਕ ਗਰ ਕਾ ਵਾੜਿਆ, ਇਹ ਖਲੋਤਾ। ਇਹ ਆਪਾਂ ਕਰ ਚੁੱਕੇ ਹਾਂ। ਮਹਾਂਪੁਰਖ ਕੌਣ ਹੈ? ਗੁਰੂ ਸਾਹਿਬ। ਦੁਰਮੁਖ ਦੇਖ ਦਿਆਲ। ਹੁਣ ਸਾਡੀ ਵੀ ਗੰਦੀ, ਆਪਾਂ ਆਪਦੇ ਤੇ ਟਿਕਾਉਣੀਆਂ ਸਾਰੀਆਂ ਗੱਲਾਂ। ਗਨਕਾਂ ਹੁਣੀ ਤਾਂ ਤਰ ਗਈਆਂ, ਤੇ ਆਪਾਂ ਹੁਣ ਸਤਿਗੁਰ ਸੱਚੇ ਪਾਤਸ਼ਾਹ ਉਵੇਂ ਹੀ ਨੇ। ਤੇ ਹੁਣ ਅਸੀਂ ਨਾ ਸੱਚੇ ਪਾਤਸ਼ਾਹ ਸੀ ਵੀ ਪਾਪੀ ਸੀ, ਕਰਹਿਤੀਏ ਸੀ ਸਾਰੇ। ਇਹ ਕਰਹਿਤ ਜਿਹੜੀ ਆ ਪਾਪ ਹੈ, ਇਹ ਵੀ ਨਾਲ ਸਮਝਣੀ ਆ ਗੱਲ। ਕਰਹਿਤਾਂ ਤੱਕ ਰੱਬ ਨਾਲੋਂ ਪੁੱਤ ਅੱਡ ਹੋ ਕੇ ਨਾ ਆਪਦੀ ਮਰਜ਼ੀ ਕਰਕੇ ਜਾ, ਮੈਂ ਤੇਰੇ ਬਾਲ ਨਹੀਂ ਰਹਿਣ ਦੇਣੇ, ਐਂ ਬੋਲਦਾ ਉਹ। ਜਾਂ ਮੈਂ ਨਸ਼ੇ ਖਾਊਂਗਾ, ਜਾਂ ਮੈਂ ਜਿਹੜੀਆਂ ਗੱਲਾਂ ਤੇ ਰੋਕ ਲਾਈ ਆ ਮੈਂ ਉਹ ਨਹੀਂ ਛੱਡਦਾ। ਸਾਧ ਕੀ ਐਸੀ ਹੈ ਰੀਤ, ਜੋ ਕੁਛ ਕਰੇ ਸੋ ਸਗਲ ਵਿਪਰੀਤ। ਰੱਬ ਦੇ ਉਲਟ ਕੰਮ ਕਰਨੇ ਆ। ਹਉਮੈ ਨੇ ਉਲਟ ਕੰਮ ਕਰਾਉਣੇ ਆ, ਸਰੀਰ ਤੇ ਹਉਮੈ ਨੇ ਦੋਹਾਂ ਨੇ ਉਲਟ ਕੰਮ ਕਰਾਉਣੇ ਆ ਬੰਦੇ। ਤਾਂ ਪਾਤਸ਼ਾਹ ਨੇ ਰੋਕਾਂ ਲਾਈਆਂ। ਇਹ ਪਾਪ ਹੈ। ਪਤਤ ਹੋ ਗਿਆ ਬੰਦਾ। ਤੇ ਕਾਹੇ ਪੂਤ ਝਗਰਤ ਹਾਂ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ, ਤਿਨ ਸੰਗ ਝਗਰਤ ਪਾਪ। ਆਦੇ ਹੁਣ ਨਿਵੇੜਾ ਕਰਤਾ ਹੋ, ਹੁਣ ਹੋਰ ਨਿਵੇੜਾ ਕਰਤਾ ਪਾਤਸ਼ਾਹ। ਕਿਉਂ ਪੁੱਤਰਾ? ਆਪਦੇ ਬਾਪ ਨਾਲ ਜਿਹਨੇ ਜਣਿਆ ਹੋਇਆ, ਤੂੰ ਜੰਮਿਆ ਵਾ ਤੇ ਵੱਡਾ ਕੀਤਾ ਤੈਨੂੰ। ਹੁਣ ਨਿੱਕੇ ਨੇ ਜੰਮ ਕੇ ਆਪਾਂ ਬੱਚੇ ਨੂੰ ਵੱਡਾ ਨਹੀਂ ਕਰਦੇ। ਵੱਡਾ ਵੀ ਆਪਾਂ 10-15 ਸਾਲ ਤੱਕ ਪੂਰਾ ਉਹਦੀ ਵੱਡਾ ਕਰਦੇ, ਉਹਨੂੰ ਸਭ ਕੁਝ ਖਾਣ ਪੀਣ ਨੂੰ ਕਹਿੰਦੇ ਆ ਵੀ ਪੁੱਤ ਵੱਡਾ। ਤੇ ਮਾਪੇ ਸਾਂਭਦੇ ਆ ਪਹਿਲਾਂ। ਕਹਿੰਦੇ ਇੱਧਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਜਮਾਇਆ ਵੀ ਉਹਨੇ ਆ। ਉਹ ਤਾਂ ਸਾਡਾ ਵਹਿਮ, ਉਹ ਤਾਂ ਸਾਡੇ ਵਿੱਚ ਦੀ ਮੋਹ ਪਾ ਕੇ ਤੇ ਉਹ ਕੰਮ ਕਰਵਾ ਰਿਹਾ। ਪਰੰਤੂ ਉਹ ਅਸਲੀ ਮਾਂ ਪਿਓ ਤਾਂ ਸਾਡਾ ਉਹੀ ਹੈ। ਕੋਈ ਇਹ ਨਹੀਂਗਾ ਵੀ ਆਪਦੇ ਪੁੱਤ ਦੀ ਕੋਈ ਰੋਟੀ ਪਾਣੀ ਵੀ ਨਹੀਂ। ਰੋਟੀ ਪਾਣੀ ਵੀ ਉਹਦਾ ਖਾਂਦੇ ਆ, ਅਸੀਂ ਵੀ ਉਹਦਾ ਹੀ ਖਾਂਦੇ ਆ। ਸਾਰੀ ਦੁਨੀਆ ਹੀ ਉਹਦੀ ਖਾ ਰਹੀ ਆ। ਮਾਂ ਪਿਓ ਪਾਤਾ ਅਸਲੀ ਆਪ ਹੀ ਹੈ ਉਹ। ਤੇ ਵੱਡਾ ਵੀ ਉਹੀ ਕਰਦਾ ਹੈ। ਆਪਾਂ ਇਸ ਸਰੀਰ ਨੂੰ ਵਧਾਉਂਦੇ ਆ। ਵੱਡਾ ਵੀ ਕਹਿੰਦੇ ਜਿਹਦੇ ਨਾਲ ਜਿਹੜੇ ਬਾਪ ਨੇ ਜੰਮਿਆ ਵੱਡਾ ਕੀਤਾ, ਤੈਨੂੰ ਵੱਡਾ ਬਣਾ ਦਿੱਤਾ। ਹੁਣ ਵੱਡਾ ਹੋ ਕੇ ਤਾਂ ਉਦੋਂ ਵੀ ਜਵਾਨੀ ਚ ਆ ਕੇ ਮੁਨਕਰ ਹੋ ਗਿਆ। ਇਹਦੇ ਨਾਲ ਝਗੜਾ ਕਰਨਾ ਪਾਪ ਹੁੰਦਾ। ਪਤਤ ਹੁੰਦਾ ਹੋ ਜਾਣਾ ਤੂੰ। ਹੁਣ ਦੇਖੋ ਸੰਸਾਰ ਕਿਵੇਂ ਪਤਤ ਹੋਇਆ। ਆਪਾਂ ਵੀ ਉਹਦੇ ਵਿੱਚ ਸੀ। ਸਾਨੂੰ ਹੁਣ ਪਤਤ ਪੁਣੇ ਤੋਂ ਸਾਨੂੰ ਤਾਰ ਰਿਹਾ। ਕਹਿੰਦੇ ਤਾਂ ਹੈ ਜਿਹੜਾ ਸਤਿਗੁਰ ਗੁਰੂ ਸਾਹਿਬ ਨੂੰ, ਜਿਹੜਾ ਰੱਬ ਨੂੰ ਜਾਣਦਾ, ਉਹਨੇ ਮੈਨੂੰ ਪਤਤ ਤੋਂ ਮੈਨੂੰ ਮੇਰਾ ਆਧਾਰ ਕਰ ਰਿਹਾ। ਹਜੇ ਉਧਰ ਇਹ ਨਹੀਂ, ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ, ਜਿੰਨਾ ਚਿਰ ਸਾਨੂੰ ਪਾਤਸ਼ਾਹ ਸੱਚਖੰਡ ਨਹੀਂ ਲਿਜਾਂਦੇ, ਉਹਨਾਂ ਚਿਰ ਸਾਡੀ ਪੱਕੀ ਮੋਹਰ ਨਹੀਂ ਲੱਗਦੀ। ਅਜੇ ਸਾਡਾ ਨਾ ਉਧਰ ਵੀ ਧਿਆਨ ਹੈ, ਇੱਧਰ ਵੀ ਅਸੀਂ ਆਪਦੀ ਮਰਜ਼ੀ ਵੀ ਕਰਦੇ ਆ, ਗੁਰੂ ਸਾਹਿਬ ਦੀ ਮਰਜ਼ੀ ਵੀ ਥੋੜੀ ਜਿਹੀ ਕਰ ਲੈਂਦੇ ਆ। ਗੁਰੂ ਸਾਹਿਬ ਜੀ ਉਹਦਾ ਡਰ ਵੀ ਪਿਆ ਹੈ ਵੀ ਸਵੇਰੇ ਉੱਠੋ ਜੀ ਨਾਮ ਜਪੋ। ਗੁਰੂ ਸਾਹਿਬ ਕਹਿੰਦੇ ਆ ਯਾਰ ਹੁਕਮ ਆ,
ਵੀ ਹੁਕਮ ਇਹੀ ਹੈ। ਤੇ ਇੱਧਰ ਆਪਦੀ ਮਰਜ਼ੀ ਰਹਿਣ ਹੀ ਦੇ, ਮਨ ਹਰਾਮੀ ਬੜਾ, ਰਹਿਣ ਹੀ ਦੇ, ਕੀ ਲੋੜ ਆ। ਇਹ ਆ ਦੇਖੋ ਆ ਮਰਜ਼ੀ ਚੱਲ ਪਈ, ਮੈਂ ਇਹਨੂੰ ਜਾਣਾ, ਤੂੰ ਇਹਨੂੰ ਰਹਿਣ ਦੇ, ਸੰਗਤ ਚ ਕਰਨ ਕੀ ਜਾਣਾ, ਉੱਥੇ ਕਿਹੜਾ ਮਿਲ ਗਿਆ ਕੋਈ ਇੰਨਾ ਚਿਰ ਦੇ ਕਰਦੇ। ਇਹੋ ਜਿਹੇ ਟੁੱਚਣਾ ਕਰਦਾ ਏ ਹਉਮੈ ਦੇ ਅਧੀਨ। ਮੈਂ ਕਹਿੰਦੀ ਆ, ਉਹ ਕਹਿੰਦੀ ਆ ਜੇ ਕਿਉਂ, ਇਹ ਕਿਉਂ ਕਹਿੰਦੀ ਆ, ਮੈਂ ਮਸਾਂ ਤਾਂ ਜੰਮੀ ਆ, ਤਾਂ ਵੱਡੀ ਹੋਈ ਆ, ਐਨ ਤੂਫਾਨ ਉਹਦਾ ਇੰਨਾ ਟੱਬਰ ਹੈ, ਉਹ ਸਾਰਾ ਮਰਦਾ। ਹੁਣ ਮਰਦਾ ਕੀ ਨਹੀਂ ਕਰਦਾ। ਅੱਜ ਸਾਨੂੰ ਪਾਤਸ਼ਾਹ ਕਹਿੰਦੇ ਆ ਜਾ ਸਾਰਾ ਟੱਬਰ ਤੂੰ ਬਣਾਈ ਬੈਠਾ ਨਾ, ਆਪਦੀ ਮਰਜ਼ੀ ਕਰੀ ਬੈਠਾ, ਤੂੰ ਆਪਦੀ ਮਰਜ਼ੀ ਨਾਲ ਚੱਲ ਰਿਹਾ, ਇਹ ਤੂੰ ਪੱਟਿਆ ਜਾਣਾ, ਮਰ ਜਾਣਾ। ਹੁਣ ਬਾਪ ਸਾਨੂੰ ਆਹ ਸਮਝਾ ਰਿਹਾ ਤੇ ਸਾਨੂੰ ਹੁਣ ਫਿਰ ਕਹਿੰਦੇ ਤੂੰ ਹਾਂ ਹੁਣ ਸਮਝ ਲਾ, ਹੁਕਮ ਰਜਾਈ ਚੱਲ। ਹੁਣ ਹੁਕਮ ਦੇਖ ਲਓ, ਹੁਕਮ ਵਰਤ ਵੀ ਉਹ ਕਹਿੰਦੇ ਪੁੱਤਰਾ ਤੂੰ ਐਵੇਂ ਹੀ ਆਪਦੇ ਮੈਂ ਮਰਜ਼ੀ ਨਾਲ ਤੁਰਿਆ ਫਿਰਦਾ, ਹੁਕਮ ਤਾਂ ਮੇਰੇ ਹੀ ਚੱਲਦਾ, ਪਰੰਤੂ ਤੂੰ ਇਹ ਹੁਕਮ ਨੂੰ ਸਮਝ ਲਵੇਂ, ਬੁੱਝ ਲਵੇਂ, ਇਹਨੂੰ ਤੂੰ ਪਛਾਣ ਲਵੇਂ, ਇਹਦਾ ਹੁਕਮ ਤੂੰ ਗੁਰੂ ਸਾਹਿਬ ਦਾ ਮੰਨ ਲਵੇਂ। ਇਹ ਤਿੰਨ ਗੱਲਾਂ ਨੇ, ਇਹ ਤਿੰਨੇ ਗੱਲਾਂ ਆਪਾਂ ਕਰਨੀਆਂ, ਮੰਨਣੀਆਂ ਵੀ ਆ ਸਾਨੂੰ ਹੁਣ ਮੰਨ ਕੇ ਕਹਿ ਸਾਧ ਸੰਗਤ ਚਾਹੀ ਬਈ ਨਾਮ ਜਪ, ਕੀਰਤਨ ਕਰ, ਸਿਫਤ ਸੁਣ, ਇਹ ਸਾਨੂੰ ਹੁਕਮ ਹੁਣ ਮੰਨਣ ਦਾ ਹੈ ਤੇ ਹੁਕਮ ਪਛਾਣ ਦੀ ਪਤਾ ਹੈ। ਫਿਰ ਸਾਨੂੰ ਹੁਕਮ ਪਛਾਣਨਾ ਵੀ ਗੁਰੂ ਸਾਹਿਬ ਦੀ ਮਰਜ਼ੀ ਆ ਹੈ ਤੇ ਗੁਰੂ ਸਾਹਿਬ ਦੀ ਮਰਜ਼ੀ ਅਨੁਸਾਰ ਮੈਂ ਯਾਰ ਮੇਰੀ ਮਰਜ਼ੀ ਤੱਕ ਉਹ ਆਪਦੀ ਤਾਂ ਖਤਮ ਹੋ ਗਿਆ ਕੰਮ, ਆਪਦੀ ਮਰਜ਼ੀ ਤਾਂ ਖਤਮ ਹੋ ਗਈ। ਆਪਦੀ ਮਰਜ਼ੀ ਜਿਹੜੀ ਹੈ ਉਹ ਜੱਬ ਖਾਨਾ ਪਾਈ ਬੈਠੇ, ਉਹਨੂੰ ਹਉਮੈ ਕਹਿੰਦੇ ਆ। ਜਿੰਨੇ ਹੋਂ ਕਰਮ ਕਰਵਾਣੇ ਕਮਾਣੇ ਤੇ ਬੰਦ ਕਲਾਣੇ, ਉਹਨੇ ਗਾਲਾਂ ਨੂੰ ਬਾਰੇ ਕਹਿੰਦੇ ਗਲ ਨੂੰ ਸੱਗਲ ਪੈਂਦਾ ਹੈ। ਜਿੰਨੇ ਮੈਂ ਕਰਕੇ ਕੰਮ ਕਰਦਾ ਹੈ, ਮੇਰੀ ਧਾਰੀ ਉਹਾਂ ਪੈਰ ਲਹਾਰੀ, ਇੱਧਰ ਪੈਰ 'ਚ ਬੇੜੀਆਂ ਪੈਂਦੀਆਂ, ਉਹ ਉਨੀ ਪੈਰ 'ਚ ਬੇੜੀ ਪੈ ਗਈ ਜਦੋਂ ਕਹਿੰਦਾ ਮੇਰਾ ਘਰ, ਮੇਰੀ ਜ਼ਮੀਨ, ਮੇਰੇ ਪੁੱਤ, ਉਹ ਆਪਦੇ ਪੈਰ 'ਚ ਤੇਰੇ ਬੇੜੀ ਪੈ ਗਈ। ਦੇਖੋ ਕਿਹੋ ਜਿਹਾ ਕੁਛ ਹੈ। ਕਿਉਂ ਨਹੀਂ ਆਉਂਦਾ ਇੱਧਰ ਨੂੰ ਦੁਨੀਆ, ਕਿਉਂ ਕੋਈ ਉਹ ਹਉਮੈ ਆਉਣੀ ਨਹੀਂ ਦਿੰਦੀ। ਉਹ ਕਹਿੰਦੀ ਉੱਥੇ ਤਾਂ ਯਾਰ ਸਭ ਕੁਛ ਹੀ ਪੱਟ ਦੇਣਾ। ਹੁਣ ਇਹ ਨਹੀਂ ਪਤਾ ਵੀ ਪੱਟੇ ਤੋਂ ਬਾਅਦ ਮੈਂ ਆਪਦੇ ਘਰੇ ਤਾਂ ਸੁਖੀ ਸਾਂਦੀ ਪਹੁੰਚਣਾ, ਤਾਂ ਸੁਖੀ ਹੋਣਾ। ਦੁਖੀ ਚੰਗੇ ਆ, ਦੁਖੀ ਚੰਗੀ ਹੈ ਦੁਨੀਆ ਸਾਰੀ। ਹਉਮੈ ਮੈਲਾ ਇਹ ਸੰਸਾਰ ਸਾਰਾ, ਨਿਤ ਤੀਰਥ ਨਹਾਵੇ ਨਾ ਜਾਏ ਹੰਕਾਰ। ਤੀਰਥਾਂ ਤੇ ਨਹਾਉਂਦਾ ਫਿਰਦਾ ਵੀ ਹੰਕਾਰ ਚਲੀ ਜਾਊ। ਇੱਥੇ ਗੁਰੂ ਜਿੱਥੇ ਹੰਕਾਰ ਦੂਰ ਹੋਣਾ, ਉਹ ਗੁਰੂ ਸਾਹਿਬ ਕੋਲੇ ਨਹੀਂ ਆਉਣਾ। ਬਿਨ ਗੁਰ ਭੇਟੇ ਜਮ ਕਰੇ ਖੁਆਰ, ਤੈਨੂੰ ਪਤਾ ਲੱਗਣਾ ਸਰੀਰ ਛੱਡੇ ਤੋਂ ਬਾਅਦ। ਜਮਦੂਤ ਨੇ ਜੋ ਚੰਮ ਲਾਇਆ, ਉਹ ਹਉਮੈ ਨੂੰ ਤੇ ਸਰੀਰ ਨੂੰ ਮੋਹ, ਮਾਇਆ ਦਾ ਮੋਹ, ਇਹ ਸਾਰਿਆਂ ਮਨ ਨੂੰ ਫੇਰ ਉਦੋਂ ਪਤਾ ਲੱਗਣਾ ਵੀ ਇਹ ਤਾਂ ਜੁੱਤੀਆਂ ਮੇਰੇ ਪੈਂਦੀਆਂ, ਅੱਡ ਹੋਏ ਦੇ। ਅੱਡ ਹੋ ਜਾ ਬਈ, ਅੱਡ ਹੋਇਆ ਦੇਖ ਲਾ ਕਿੱਡਾ ਵੱਡਾ ਅਰਬਾਂ ਦਾ ਗੇੜਾ ਹੈ। ਇੱਕ 10 ਵਰੇ ਇੱਕ ਜੂਨ ਦੀ ਉਮਰ ਹੋਵੇ ਤੇ 8 ਕਰੋੜ 40 ਲੱਖ ਦਾ ਭੁਗਤਾਨ ਆ। ਦੇਖ ਆ ਹੁਣ 70 ਵਰੇ 80 ਵਰਿਆਂ 'ਚ ਕਿੰਨਾ ਕੰਮ ਖਰਾਬ ਕਰ ਲਿਆ। 60-70 ਵਰੇ 80 ਕਿ 90 ਨੇ। ਮੈਂ ਤਾਂ ਸੋਚਦਾ ਹੁੰਦਾ, ਰਾਜ ਵੀ ਸੋਚਦਾ ਸੱਚੇ ਪਾਤਸ਼ਾਹ ਆ ਸਾਹ ਗਣਵੇਂ ਟਾਈਮ ਤਾਂ ਘੜੀ ਤਾਂ ਉਹੀ ਭੱਜੀ ਜਾਂਦੀ ਆ 2.5 ਘੰਟੇ 3 ਘੰਟੇ ਪਤਾ ਹੀ ਨਹੀਂ ਲੱਗਦਾ ਕਿਤੇ ਹੋ ਗਏ। ਮਿੰਟ ਬਾਅਦ ਸਾਡਾ ਅੱਗਾ ਨੇੜੇ ਆ ਰਿਹਾ। ਇਹ ਤਾਂ ਨਹੀਂ ਵੀ ਇੱਥੇ ਰਹਿਣਾ ਅਸੀਂ, ਇਹ ਤਾਂ ਸਾਡਾ ਟਿਕਾਣਾ ਹੀ ਨਹੀਂ ਆ ਤੇ ਸਾਡਾ ਬਣਿਆ ਕੁਛ ਹੈ ਨਹੀਂ ਅਜੇ। ਤੇ ਜਿਉਂਦੇ ਸਾਡਾ ਕੰਮ ਕਰ, ਸਾਡਾ ਕੰਮ ਹੋ ਜੇ। ਮਹਾਰਾਜ ਕਹਿੰਦੇ ਤੂੰ ਹੁਕਮ ਰਜਾਈ ਚੱਲ, ਮੇਰੇ ਹੁਕਮ ਥੱਲੇ ਚੱਲ, ਮੈਂ ਤੈਨੂੰ ਤਾਰ ਦੂੰ, ਸਾਧ ਸੰਗ 'ਚ ਲਿਆ ਕੇ ਤਾਰੂ। ਨਹੀਂ ਸਾਧ ਸੰਗ ਤੋਂ ਬਿਨਾਂ ਮਨ ਨਹੀਂ ਕਾਬੂ ਆਉਂਦਾ। ਹੁਣ ਫੇਰ ਗਨਕਾ ਫੇਰ ਤੁਸੀਂ ਕਹੋ ਮੁੜ ਤੋਂ ਹੀ ਆਦ ਗੁਰੂ ਆ। ਇੱਕ ਗੱਲ ਹੋਰ ਸਮਝਣੀ ਆ, ਹੁਣ ਕਰਨਗੇ ਜੀ ਐਸ ਜਮੇ ਅੰਮ੍ਰਿਤ ਛਕ ਕੇ ਹੀ ਤਰਾਂਗੇ। ਆ ਪਾਤਸ਼ਾਹ ਤੋਂ ਤਾਂ ਪੁੱਛੀਏ ਕੀ ਕਹਿੰਦੇ ਆ। ਸ੍ਰੀ ਗੁਰੂ ਸਾਹਿਬ ਸਭ ਤੋਂ ਉੱਪਰ, ਜਦੋਂ ਤੋਂ ਦੁਨੀਆ ਬਣੀ ਆ ਉਦੋਂ ਤੋਂ ਆ ਗੁਰੂ ਨਾਨਕ। ਕਰੀ ਕਿਰਪਾ ਸਤਜੁਗ ਧਰੂ ਪਰ, ਧਰੂ ਦਾ ਗੁਰੂ ਨਾਨਕ ਨੇ ਕਿਰਪਾ ਕਰੀ ਸੀ ਸਤਜੁਗ 'ਚ।
श्री भगत प्रहलाद भगत तारियंग, फिर प्रहलाद नूं भी गुरु साहब ने तारिया। समझ लग जे सानू। गणकां नूं भी वाल्मीकि होया साध संग। साधु किहड़ा सी? साधु कौन है? जिहड़ा जमदूतां तो बचा दे, जम का ठेका पड़ाओ वो ना सया जाए। एक जो साधु मोए मिले हो इत्थे बंदा कोई जमदूतां तो बचा दू? साधु गुरु नानक, हस्त कमल, माथे सिर माथे धरियंग। देखो कहते हैं मैं तरलू दे भी सिर ते हथ रख के, जिवें हुण पंज प्यारे रखते गुरु साहब रखते, तरलू दे भी प्रहलाद दे भी मैं सिर ते हथ रख के गुरमंत्र दिता सी। गुरमंत्र यही जपदे आउंदे आ दुनिया। अपले भरम दूर हो जे साडा। कि सतगुरां तो सब को पुछना। गुरु साहब कहते मैं उदों तो ही तुरिया होना, मैं किते चला गया। मैं सतगुर मेरा सदा सदा ना आवे ना जाए। ओ विनाशी पुरखा सब मेरे समाए। आद महाराज ने क्यों लिखिया? आद जदों दुनिया नहीं बनी सी उदों भी सीगा मैं, जुगां च भी हाँ, हुण भी आ ते गांह नूं भी रहना। ते ओहदे पुत्तां देखो गल तां आ भी समझनी है, असीं ओहदे पुत्तां जिहड़ा मरन वाला ही नहीं है, विनाशी है। ते साडी हालत किहो जी? असीं तां क्यों इन्हां दे मगर लगे, शरीर भी मरन वाला, असीं मर जाना नाल, कह देना मर गए होए। ते हौमे भी मरन वाली है, वो नाल ही जम पैंदी है। उदों तो खत्म हो गई जो हुक्म आ गया। उदों तो इत्थे रहिंदा नहीं बंदा, इत्थों तो तुर जाना। ये सारी कहानी समझ आ जाए, बाहरों सानू समझ आ जाए भी अड होए होए हाँ, बिछड़े होए हाँ। बिछड़े होके आपदी चार मसीती आपदी कुली बनाई बैठे हाँ, आपदी भी मेरी है। जिवें प्यो ना पुत अड होके प्यो हसदा भी आ करदा की है, देख सब को मेरा लैके ते हुण कहंदा मेरा है, जा लाला। मैनू डांग कड्ढी फिरदा, कहंदे झगड़ा छेड़ी बैठा मेरे नाल। ला महाराज कहंदे झगड़ा छेड़ी बैठा, पाप हुंदा कहंदे, झगड़ा छेड़ी बैठा मनमुख। जिस धन का तुम गर्व करतो हो सो धन किसे ना आप। देखो गांह समझाउंदे आ, जेड़े धन दा तू मान करदा ना, दुनियावी भी आ, दुनियावी भी सारा वो किसे दा रिहा नहीं है, वो किसे दा नहीं बनदा। ਇਹਦੇ ਪਿੱਛੇ ਹੀ ਆ ਸਰੀਰ ਪਿੱਛੇ ਗਰਵ ਕਰਿਆ ਆ ਸਾਡਾ, ਆ ਬਾਹਰਲੇ ਸਰੀਰ ਪਿੱਛੇ। ਨਾਲੇ ਸਾਰਾ ਦਿਨ ਕਦੇ ਦੁੱਖ ਸੁੱਖ ਦੇ ਵਿੱਚ ਜ਼ਿੰਦਗੀ ਲੰਘਦੀ ਹੈ, ਕਦੇ ਬਿਮਾਰੀ ਲੱਗ ਗਈ, ਕਦੇ ਕੁਛ ਲੱਗ ਗਈ। ਇਹ ਸਾਰਾ ਦਿਨ ਪੰਗਿਆਂ ਦਾ ਥਾਂ, ਸਾਰੇ ਭਜਾਈ ਫਿਰਦਾ ਸਾਰਾ ਦਿਨ, ਮਨ ਨੂੰ ਭਟਕਣਾ ਜੀ ਪਾਈ ਰੱਖਦਾ ਸਾਰਾ ਦਿਨ, ਟਿਕਦਾ ਹੀ ਨਹੀਂ। ਹੁਣ ਮਹਾਰਾਜ ਕਹਿੰਦੇ ਟੇਕ, ਮਹਾਰਾਜ ਕਹਿੰਦੇ ਸਾਧ ਸੰਗਤ ਤੋਂ ਬਿਨਾਂ मैं पतता नूं भी आधार दिता। मुड़ के हुण असीं पतत किसे नूं नहीं कहना ये भी फलाना गणका तर गई फलानी तर गई, असीं पतत हाँ। मैं तो आप नूं कहना भी असीं पतत नहीं सी जिन्ना चਿਰ गुरु साहब दे नहीं बने। हुण भी करे तो कितों हजे भी डर है। क्यों? हौमे ते अंदरे हौमे निकल ही नहीं आए जी। क्यों महाराज बंदा जिहड़ा मगरों गुरु साहब दा बन के भी मगरों हट छड़ जांदा? क्यों? गुरु साहब दा हुक्म मन्नणों हट जांदा, गुरु साहब का डर चक्या गया। तो वह फिर हौमे तो उधर ही लगे हुए सी, वो फिर खिंच के लै गए। कसंगत हो गई, कसंगत उन्हों की पहला ही है। हुण कसंगत छड़ाउंदे शरीर तो भी निर्मोह होना है, ते माया तो भी निर्मोह होना है, हौमे तो भी निर्मोह जिन्हों महाराज कहते। हुण मनुआ की पहला हुण पातशाह हुण पहले धारण देन लगे आ मनुआ। ये शब्द च बहुत प्यारा ते बड़ा डूंगा। मनवा चले चले बहु बहु वेद मिल साधु बसकत करया, साधु बसकत करया। हुण मन देखो किवें भजदा। पहली लाइन आही समझ लीए, मन टिकदा हौमे आवे जाई, मन टिकन ना आवे राई। पातशाह कहंदे जिहड़ी मां बैठी है ना, ਉਹਦੇ ਨਾਲ ਹੀ ਤੂੰ ਧੱਕੇ ਖਾਣੇ ਆ, ਜੰਮਣ ਮਰਨ ਦੇ ਗੇੜ 'ਚ ਆਉਣਾ। ਮਨ ਨਹੀਂ ਤੇਰਾ ਟਿਕਣਾ ਜਿੰਨਾ ਚਿਰ ਉਹ ਨਹੀਂ ਮਾਂ ਨਹੀਂ ਨਾ ਮਰਦੀ, ਤੇਰਾ ਮਨ ਨਹੀਂ ਟਿਕਣਾ। ਮਾਂ ਨੂੰ ਵੀ ਮਾਰਨਾ ਪੈਣਾ
ਤੈਨੂੰ ਵੀ ਮਾਰਨਾ ਪੈਣਾ, ਤੂੰ ਕਿਹੜਾ ਟਿਕਦਾ ਮਨਾ। ਇੱਕ ਸਕਿੰਟ ਚ ਕਿਤੇ ਦੀ ਕਿਤੇ ਚਲੇ ਜਾਂਦਾ। ਦੇਖ ਲਓ ਇੰਨਾ ਚੰਚਲ ਆ। ਤੇ ਇਹਨੂੰ ਇਹ ਪਤਾ ਨਹੀਂ ਇਹ ਮਨ ਹੁਕਮ ਕਾ ਵਾਦਾ ਇੱਕ ਖਿੰਨ ਮੇ ਦਹਿ ਦਿਸ ਫਿਰਾਵਾ ਹੈਗਾ, ਹੁਕਮ ਦਾ ਬੰਨਿਆ ਆ। ਜਾਂ ਨਦਰ ਕਰੇ ਹਰ ਪ੍ਰਭ ਸਾਚਾ, ਇਹ ਮਨ ਗੁਰਮੁਖ ਤਤਕਾਲ ਬਸ ਆਵੈ। ਹੁਣ ਨਦਰ ਸਤਿਗੁਰਾਂ ਦੀ ਹੋਊਗੀ ਤਾਂ ਇਹ ਮਨ ਬਸ ਚ ਆਉਣਾ, ਨਹੀਂ ਦੁਨੀਆ ਨੇ ਮਾਰ ਲਈ, ਦੁਨੀਆ ਨੇ ਮਨ ਨੂੰ ਬਸ ਚ ਨਹੀਂ ਕਰ ਸਕਿਆ ਕੋਈ। ਮਾਰੂ ਮਾਰਨ ਜੋ ਗਏ ਮਾਰ ਨਾ ਸਕੇ ਗਵਾਰ। ਬੜੀ ਦੁਨੀਆ ਜੰਗਲਾਂ 'ਚ ਤੁਰ ਗਈ ਮਨ ਨੂੰ ਮਾਰਨ ਲਈ। ਫਿਰ ਬਾਅਦ ਜੰਗ ਕੋਈ ਤੀਰਥਾਂ ਤੇ ਲਾਉਂਦਾ, ਮਨ ਨੂੰ ਮਾਰ ਲਿਆ। ਇਹ ਮਨ ਨੂੰ ਮਾਰਨ ਤੁਰੀ ਹੈ ਦੁਨੀਆ। ਕਿਸੇ ਸਾਧਨ ਨਾਲ ਕਰਮ ਕਾਂਡ ਨਾਲ ਮਨ ਨੇ ਨਹੀਂ ਮਰਨਾ। ਕਿਹਦੇ ਨਾਲ ਮਰਨਾ ਪਾਤਸ਼ਾਹ? ਸਾਨੂੰ ਸੱਚੋ ਪਾਤਸ਼ਾਹ ਦੱਸੋ। ਨਾਨਕ ਇਹ ਮਨ ਮਾਰੀਏ ਗੁਰ ਸ਼ਬਦੀ ਵਿਚਾਰ। ਦੇਖੋ ਹੁਣ ਤਰੀਕਾ ਦੱਸਣ ਲੱਗੇ। ਤਰੀਕੇ ਨਾਲ ਹੀ ਆਪਾਂ ਪੁੱਛਣੇ ਆ ਸਤਿਗੁਰਾਂ ਤੋਂ ਵੀ ਮਨ ਜੀ ਉਹ ਤਾਂ ਮਨ ਜੀਤੇ ਤੁਸੀਂ ਕਹੀ ਜਾਂਦੇ, ਮਨ ਜੀਤੇ ਜਗ ਜੀਤ, ਜਗ ਜਿੱਤ ਗਿਆ। ਤੇ ਫਿਰ ਤੁਸੀਂ ਇਹ ਵੀ ਲਾਈਨ ਕਹਿੰਦੇ ਹੋ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਬਸ ਚ ਉਦੋਂ ਹੋਊ ਜਦੋਂ ਪੂਰਨ ਕਿਰਪਾ ਹੋਊ ਸਤਿਗੁਰਾਂ ਦੀ। ਤੇ ਮਹਾਰਾਜ ਉਹ ਕਿਵੇਂ ਹੋਊ? ਕਹਿੰਦੇ ਆ ਗੁਰ ਸ਼ਬਦ ਦੀ ਵਿਚਾਰ ਕਰ, ਆ ਹੁਕਮਾਂ ਦੀ ਵਿਚਾਰ ਕਰ। ਜਦੋਂ ਤੂੰ ਨਾ ਹੁਕਮਾਂ ਦੀ ਵਿਚਾਰ ਕਰੇਗਾ ਤਾਂ ਉਦੋਂ ਮੈਂ ਦੀ ਵਿਚਾਰ ਨਹੀਂ ਰਹਿੰਦੀ ਹੁੰਦੀ। ਇਹ ਵੀ ਨਾਲ ਸਮਝ ਦਿਓ। ਹੁਣ ਆਪ ਗੁਰੂ ਸਾਹਿਬ ਦੀ ਗੱਲ ਸੁਣਾਂਗੇ ਕਿ ਆਪ ਦੀ ਕਰਾਂਗੇ? ਇਹਦੀ ਵਿਚਾਰ ਸੁਣਾਂਗੇ ਉਹਦੀ ਤਾਂ ਮਹਾਰਾਜ ਦੇ ਉਹਦੀ ਆਖੇ ਲੱਗਾਂਗੇ ਵੀ ਤੂੰ ਗਲਤ ਆ ਬਈ। ਗੁਰੂ ਸਾਹਿਬ ਦੀ ਕਿਉਂ? ਗੁਰੂ ਸਾਹਿਬ ਦੀ ਵਿਚਾਰ ਤਾਂ ਸੱਚੀ ਆ, ਸਾਡੀ ਤਾਂ ਝੂਠੀ ਆ। ਸਾਡੀ ਤਾਂ ਹਉਮੈ ਨਾਲ ਰੰਗੀ ਹੋਈ ਆ ਵਿਚਾਰ ਜਿੰਨੀ ਵੀ ਆ, ਆਪਦੀ ਮੈਂ ਅਨੁਸਾਰ ਕਰਦੇ ਆ। ਮੈਂ ਆ ਜਿੰਨੀ ਇੱਕ ਵਿਦਿਆ ਪੜ੍ਹ ਲਈ, ਇੱਕ ਹੋਰ ਨਾਲ ਛੱਜ ਬੰਨ ਲਿਆ, ਇੱਕ ਹੋਰ ਇੰਨੀ ਵਿਦਿਆ ਦੁਨਿਆਵੀ ਮਾਇਆ ਦੀ ਵਿਦਿਆ ਪੜ੍ਹ ਲਿਆ। ਹੋਇਆ ਮੇਰੇ ਵਰਗਾ ਕਿਹੜਾ, ਮੈਂ ਤਾਂ ਸਭ ਕੁਝ ਹੀ ਜਾਣਦਾ, ਵਿਦਵਾਨ ਆ, ਮੈਂ ਤਾਂ ਪੜ੍ਹਿਆ ਲਿਖਿਆ। ਫੇਰ ਗਾ ਹੋਰ ਡਿਗਰੀ ਲੱਗ ਜਾਂਦੀ ਆ ਨਾਲ, ਕਿਤੇ ਨੌਕਰੀ ਮਿਲ ਜੇ ਵੱਡੀ, ਉਹ ਅਫਸਰ ਦੀ ਹੋਰ ਡਿਗਰੀ ਲੱਗ ਜਾਂਦੀ ਆ। ਛੱਜ ਤੇ ਛੱਜ ਬੰਨੀ ਬੈਠਾ ਹਉਮੈ। ਤੇ ਇੱਧਰ ਧਾਰਮਿਕ ਪਾਸੇ ਕਿਹੜਾ ਛੱਜ ਦੀ ਘੱਟ ਹੈ? ਉਧਰ ਵੀ ਛੱਜ ਬੰਨਿਆ ਨਾਲ। ਮੇਰੇ ਵਰਗਾ ਪਾਠੀ ਕੋਈ ਨਹੀਂ, ਮੇਰੇ ਵਰਗਾ ਗਿਆਨੀ ਕੋਈ ਨਹੀਂ। ਜਾਓ ਜਾਣੇ ਹੋ ਭਗਤ ਗਿਆਨੀ, ਮੇਰੇ ਵਰਗਾ ਭਗਤ ਕੋਈ ਨਹੀਂ। ਆਗੇ ਠਾਕਰ ਤਿਲ ਨਹੀਂ ਮਾਨੀ। ਜਿਹੜਾ ਆਪਦੇ ਆਪ ਨੂੰ ਗਿਆਨੀ ਸਮਝਦਾ ਹੈ, ਭਗਤ ਸਮਝਦਾ ਹੈ, ਗੱਲਾਂ ਸਮਝ ਆਏ, ਮਨ ਨੂੰ ਪਤਾ ਲੱਗ ਜੇ ਕਿਉਂ ਬੈਰਨ ਤਾਂ ਵਿੱਚ ਬੈਠੀ ਆ, ਨਾਲ ਤਾਂ ਮੈਂ ਲਾਈ ਬੈਠਾ। ਉਹਨੂੰ ਤਾਂ ਦੂਰ ਕਰਨਾ। ਤੇ ਪਾਤਸ਼ਾਹ ਨੇ ਤਾਂ ਪਹਿਲਾਂ ਕਿਹਾ ਮਹਿਲਾ ਮਰਨ ਕਬੂਲ ਹੈ ਜੀਵਨ ਕੀ ਛੱਡ ਆਸ। ਮਰਨ ਕਬੂਲ ਕਿਉਂ ਕਹਿਤਾ? ਆ ਸਰੀਰ ਦਾ ਮੋਹ ਛੱਡਦੀ, ਮਾਇਆ ਨੂੰ ਛੱਡਦੀ, ਹਉਮੈ ਨੂੰ ਕੱਢਦੀ। ਇਹ ਮਰਨ ਹੈ, ਜਿਉਂਦਾ ਮਰਨਾ ਨਹੀਂ। ਉਹ ਵੀ ਮਰਨਾ ਹੀ ਆ। ਜਿਉਂਦਾ ਮਰ ਜਾਏਗਾ ਤਾਂ ਮੇਰੇ ਕੋਲ ਉੱਪੜ ਜਾਏਗਾ। ਜੇ ਜਿਉਂਦਾ ਨਾ ਮਰਿਆ, ਜੀਵਤ ਮਰਨਾ ਨਾ ਹੋਇਆ, ਤੇ ਫੇਰ ਤੈਨੂੰ ਪਤਾ ਲੱਗੂਗਾ ਗਾਹ ਗਏ ਦਾ ਵੀ ਗੁਰੂ ਸਾਹਿਬ ਸਾਨੂੰ ਜਿਉਂਦੇ ਨੂੰ ਇਹਨਾਂ ਵੱਲੋਂ ਮਾਰਦੇ ਆ। ਸਮਾਂ ਬੜਾ ਛੇਤੀ ਮਨੂਆਂ ਚ ਬੜਾ। ਇਹ ਮਨ ਮਾਰਿਆ, ਇਹ ਮਨ ਮਾਰਿਆ ਨਾ ਮਰੇ ਜੇ ਲੋਚੇ ਸਭ ਕੋਏ। ਇਹ ਮਨ ਨਹੀਂ ਮਰਦਾ। ਨਾਨਕ ਮਨ ਹੀ ਮਨ ਕੋ ਮਾਰ ਸੀ, ਜੇ ਸਤਿਗੁਰ ਭੇਟੇ ਸੋਏ। ਗੁਰੂ ਸਾਹਿਬ ਨੇ ਕੀ ਕਹਿ ਦਿੱਤਾ? ਇਹ ਮਨ ਨੂੰ ਮਨ ਨੇ ਹੀ ਹੋਰ। ਉਹ ਮਨ ਕਿਹੜਾ ਹੋ? ਉਹ ਉਨ ਮਨ ਮਾਨਾ ਗੁਰੂ ਸਾਹਿਬ ਨੇ ਬਣਾਉਣਾ। ਗੁਰੂ ਸਾਹਿਬ ਨੇ ਉਹ ਗੁਣਾਂ ਵਾਲਾ ਮਨ ਬਣਾਓ। ਸਾਡੇ ਮਨ ਨੂੰ ਆ ਨਾਮ ਕਿਉਂ ਜਪਣਾ? ਸਾਡੇ 'ਚ ਗੁਣ ਪੈਦਾ ਹੋ ਜਾਣੇ, ਸਾਡੇ ਕੋਲ ਮਜ਼ਬੂਤ ਹੋ ਜਾਣੇ ਨੇ। ਇਹਨੇ ਇਹ ਗੰਦੇ ਮਨ ਨੂੰ ਮਾਰਨਾ ਹੈ। ਜਦੋਂ ਸਤਿਗੁਰਾਂ ਨੂੰ ਭੇਟਾ ਕਰ ਦੇਵੇਗਾ ਉਦੋਂ ਮਨ ਨੇ ਮਰਨਾ ਹੈ। ਸਤਿਗੁਰ ਨੇ ਤੈਨੂੰ ਜਾਂਚ ਦੱਸਣੀ ਆ। ਇਹ ਮਨ ਨੂੰ ਤੂੰ ਉਹਦੇ ਕੋਲ ਗੁਰੂ ਸਾਹਿਬ ਕੋਲੇ ਵੇਚ ਦੇਗਾ, ਫਿਰ ਸਤਿਗੁਰਾਂ ਦਾ ਆਖਾਂ ਮੰਨੇਗਾ। ਫਿਰ ਹੁਣ ਤੂੰ ਆਪਦੀ ਮੈਂ ਦੀ ਮਨ ਦੇ ਮਗਰ ਨਹੀਂ ਲੱਗੇਗਾ, ਇਹਨੂੰ ਮਾਰੇਗਾ। ਸਤਿਗੁਰਾਂ ਦੇ ਬਚਨਾਂ ਨਾਲ, ਵਿਚਾਰ ਨਾਲ, ਨਾਮ ਜਪ ਕੇ। ਹੁਣ ਆਪਾਂ ਇੱਕ ਮਾੜਾ ਜਿਹਾ ਸ਼ਬਦ ਥੋੜੀ ਜਿਹੀ ਹੋਰ 5 ਮਿੰਟ ਲੈ ਲੈਣਗੇ, ਕੋਈ ਫਰਕ ਨਹੀਂ ਪੈਂਦਾ। ਹੋਰ ਆਪਾਂ ਕਰਨਾ ਕੀ ਆ? ਸਮਾਂ ਤਾਂ ਸਾਹਾਂ ਦਾ ਜਾਂਦਾ ਹੈ। ਇਹ ਆਪ ਸਮਝ ਲਿਆ ਕਰੋ। ਜੋ ਸਾਧ ਸੰਗ ਚਾਹੁੰਦੇ ਆ ਤਾਂ ਉਦੋਂ ਅਸੀਂ ਜੁੜ ਜਾਈਏ। ਸਾਡਾ ਤਾਂ ਘਰ ਇਹ ਤੋਂ ਬਗੈਰ ਸਾਨੂੰ ਹੌਲੀ ਹੌਲੀ ਸਮਝ ਲੱਗੂ। ਅਸੀਂ ਸੱਚਖੰਡ ਦੇ ਵਿੱਚ ਹੀ ਬੈਠੇ ਆ। ਗੁਰੂ ਸਾਹਿਬ ਹਾਜ਼ਰ ਨਾਜ਼ਰ ਉਵੇਂ ਬੈਠੇ ਆ।
आ बाहरले तो एवं पड़ते ने माया दे अंदर गुरु साहब दियां रूहां कोले बैठियां गुरु साहब आप बैठे ने ते असीं उहदे विचों छेती करिए जी महाराज कहते भजदा बिच बह जा तू मैं तेनू थिर कर बैसो हरजन प्यारे बह भाउण लगा तेरा मन बहिंदा नहीं है ये थिर कर बैसो मन नू बहाउणा है मन नू बैठूगा तां जो गुरु साहब दियां गल्लां प्यारियां लगणगियां गुरु साहब का नाम प्यारा लगूगा प्रेम पैदा होऊगा गुरु साहब ना उदों मन ने मरना ਇਹਦਾ प्रेम शरीरां नाल आ ਇਹਦਾ शरीर माया नाल आ ਇਹਦਾ मैं अनुसार चल के प्रेम जमां ही नहीं है ਉਹਦਾ रब ਤੋਂ टुटिया होया ते ਇਹਦੇ ਨਾਲ लड़ना भी है मारे गए जो जन लरे मन स्यों से सूरे प्रधाना सूरमा इंसान जेड़ा मन नाल लड़दा सारा दिन मन नाल लड़दा और मैं तेरे आखे नहीं लगना मैं गुरु नानक दे आखे लगना ऐ बोले ਉਹਦੇ ਮੂਹਰੇ उल्ट मैनू बाबा नानक दा कहंदा साध संगत चल तू कहना फलाना काम रहिंदा उधर मैं जाना है उधर जाना है तू रहन दे अज दे दिन तू तेरी मर्जी नहीं मैं ਇਹਦੇ मगर चल आ लड़ाई है अंदर एक शब्द आ कबीर जी का कई बार असीं गूं कर चुके हैं परंतु वो आप जरूर करना वो जंग है कबीर जी ने सानू ऐ नक्शा भैड़े मन का जिहड़ा हौमे दा ऐ डटिया बैठा आकड़िया बैठा अंदर तो वह एक नक्शा है क्यों लीजे गढ़ बांका भाई वो आप नहीं भी बहुत टाइम लगूगा परंतु आप शार्टकट दस देना भी ये कोई किन्नी फौज है तो किन्ना गंदा है किन्नी फौज है वो सानू गुरु साहब ने कबीर जी गुरु साहब के बचन ने सारे ये भी नाल समझना भगतां दे बचन भी गुरु साहब के बचन ने ये मन जेड़ा राम दा ना उदों गुरु विशिष्ट सी वो दुनियावी गुरु पैदा कर दुनियावी गुरु पहला बंदे विच जी आके गल ओदा गुरु विशिष्ट सी ते विशिष्ट नूं एक दिन राम कहंदा तू कहानियां तां मैनूं सुणाई जाना है बहुत पर यह जड़ा मन है ये किवें काबू आऊ आ उन्हें राम ने करया विशिष्ट अगे भी एक काबू भी आजू ये किवें काबू करू सारा मन का तो रौला मन ने पट्टिया होया सारी गुरबाणी मन नूं समझाउंदी है मन नाल ही तुरदे हैं मन जिधर नूं जाने उधर नूं मन का ही ध्यान जिधर नूं है जिद मन नाल ही ज्ञान प्राप्त करते हैं मन ही सब कुछ चौधरी बनया बिच अंदर ऐ वो तो रब दे पुत्त दुनिया सारी मन ही गंदा होया है मन ही रब नाल विछड़िया है मन नूं ही मुड़ के मिलाप कराउणा है सब कुछ खेल वो कहंदा ना जे इहनूं ना ਜਿਹੜੇ ਗੁਰਮੁਖ ਪਿਆਰੇ ਰੱਬ ਦੇ ਪਿਆਰੇ ਨੇ ਉਹਨਾਂ ਨਾਲ ਮੇਲਦੇ ਤਾਂ ਇਹ ਮਨ ਬਸ ਚ ਆਉਣਾ ਉਹ ਤਰੀਕਾ ਤਾਂ ਆਪਣੇ ਕੋਲ ਆ ਦੇਖੋ ਗੁਰੂ ਸਾਹਿਬ ਨੇ ਦੱਸਤਾ ਸਾਧ ਤਿੰਨਾਂ ਦੇ ਬਈ ਭਾਵ ਤਾਂ ਇਹ ਆ ਵੀ ਸੰਗਤ ਨਾਲ ਮੇਲਦੇ ਰੱਬ ਦੇ ਪਿਆਰਿਆਂ 'ਚ ਬਹਿ ਜਾ ਕਰ ਤਾਂ ਮਨ ਕਾਬੂ ਆਉਣਾ ਹੋਰ ਕਾਬੂ ਕਰਨ ਦਾ ਕਿਤੇ ਤਰੀਕਾ ਨਹੀਂ ਹੈ ਕੋਈ ਕਰਮ ਕਾਂਡ ਨਾਲ ਕਾਬੂ ਨਹੀਂ ਆਉਣਾ ਕਿਸੇ ਯਤਨ ਨਾਲ ਨਹੀਂ ਆਉਣਾ ਕੱਲੇ ਪੜ੍ਹਨ ਨਾਮ ਨਹੀਂ ਜਿੰਨਾ ਚਿਰ ਗੁਰੂ ਸਾਹਿਬ ਦੀ ਗੱਲ ਨਹੀਂ ਸਮਝ ਆਉਂਦੀ ਕੱਲੇ ਪੜ੍ਹੇ ਨਾਲ ਨਹੀਂ ਆਉਣਾ 20 साल हो गए लोगों को नितनेम करदे उत्थे दी उत्थे गल तां तैनूं समझ लगे गुरु साहब गल समझाउंदे आ कहंदे गल समझ के ते तुर इहनूं शब्दी विचार कहिंदे आ हुण गल्लां दी आपां नूं कित्थों समझ लगू तां ही असीं अंदरले नूं समझावांगे भी असीं तां रब नूं कौन अपने आप दी होश आऊ पछाण आऊ जो जन लूजे मने से सूरे प्रधाना हर छेती मिल रहे जिन्हें आप पछाणा जिन्हें आप दे आप नूं पछाणा वो रब नाल मिलिया रहिंदा है ते वो आपां हुण कर क्यों लीजे गढ़ बांका भाई देवर कहो अर तेवर खाई माड़ा मोटा जिहा नेड़े कर लईए आपां कल नूं मन नूं फिर आपां मन काबू ते फिर हौमे दी बाब ते इसे शब्द विच भी हौमे दी मैल किवें लैणी देवर कोट केड़ा होया तेवर खाई केड़ी होई ये है गल तां ये समझनी है तो ये की कह दिता वो बाहरला किला थोड़ा
बाहरले किले का दस्तान दिता, कोई राजा बैठा होवे, दूरी कंध बनाई होवे ते टी उथे खाई पट्टी होवे, विच ओ राजा बनया होवे, कवे पिछले पे राजे किला बना के रखदी सी। मारे कहंदे अंदर किला बनाई बैठा मन। दोहरा कोट, पहला तो शरीर एक होर दोहरा कोट है, यह अंदरला शरीर आपां दो शरीर, दो शरीर है, हुक्म ते हौमे दो ने, समझ नहीं अंदर गल्लां दो, ये दोहरे आ गल्लां, पुत अड होया प्यो अड होया। दूरा आ देखो दूरा कोट की बनया मन दे अगे, तेवर खाई, ऐस शरीर विच रजो तमो सतो, रजो तमो सतो तीन सुभाऽ ने ऐ शरीर दे, माया दे ऐ शरीर दे सुभाऽ ने। सारी दुनिया रजो तमो सो, आपां भी सारी दुनिया रजो तमो सतो च घुम रही है। चौथे पद का नहीं पता, तिना गुणा च, ते ही गुणी संसार भरम सुता, सुत्या रहन संसार की गल कहती। मैं कहना भी तिना गुणा च क्यों, हमारे कहते तिना गुण सारा संसार ही सुता पिया, रजोगुण तमोगुण सतोगुण। हुण सीधे लफ्जां विच कई करनगे जी मैनू रजो तमो सतो की हुंदा, आपदा सुभाव है जिहड़ा सारा दिन कहना माया आ जे फलाना, माड़े सीधे जे लफ्जां विच वो रजिया नहीं होया, तृष्णा है उहदे अंदर, लोभ है, वो रजोगुण च फिरदा बंदा, ਜਿਹੜਾ ਉਹ चीज़ मेरी बन जाए, ਉਹ मेरी बन जाए, ਉਹ बन जाए, रजोगुण च ਉਹਦਾ ਸੁਭਾਅ। ਆ ਦੇਖੋ ਰੱਬ ਭੁੱਲਿਆ ਹੁੰਦਾ। ਤਮੋਗੁਣ ਚ ਸਾਰੇ ਗੰਦੇ ਬਕਾਰ, ਜਿੰਨੇ ਗੰਦੇ ਕੰਮ ਨੇ ਉਹ ਤਮੋਗੁਣ ਚ ਹੈ। ਅੱਗ ਲੱਗੀ ਪਈ ਆ ਬੰਦੇ ਨੂੰ, ਉਹ ਭਾਲਦਾ ਮਾਇਆ ਦੇ ਵਿੱਚੋਂ ਸ਼ਾਂਤੀ, ਬਕਾਰਾਂ ਚੋਂ ਸ਼ਾਂਤੀ, ਹੋਰਨਾਂ ਚੋਂ ਸ਼ਾਂਤੀ, ਸਾਰੇ ਪਾਸੇ ਤੋਂ ਤਮੋਗੁਣ ਚ ਆ। ਉਹ ਬੰਦਾ ਆਪਦੇ ਸੁਭਾਅ ਨੂੰ ਪਛਾਣਨਾ, ਆਪਾਂ ਕਿਸੇ ਨੂੰ ਨਹੀਂ ਕਹਿਣਾ। ਸਤੋਗੁਣ ਚ ਆ ਉਹ ਥੋੜਾ ਜਿਹਾ ਮੈਂ ਦਾਨ ਕਰਦੇ ਯਾਰ, थोड़ा जहा मैं कोई चंगा काम कर ला, मैं गुरुद्वारे सेवा कर ला, मैं है अमृतसर ही है नहीं, बेअमृती है, गुरु साहब का नहीं बनया होया। सारा संसार कोई सतोगुण च, झूठ नहीं मारते इधर, सतोगुण च ने आ जड़े असी इत्थे उपमार, ये तो जी बहुत ही गुड ने। गुरु साहब का बनया कोई, गुरु नानक का है कोई, गुरु तो एक आ दुनिया च, सारी सृष्टि दे विच अंदर तो जीव आत्मा है, कोई गोरा नहीं, कोई तो बाहरलियां चमड़ियां ने, कोई चिट्टी चमड़ी है, कोई किते धरती के टुकड़े ते पैदा किया, किसी धरती ते। सारे संसार में सारियां जीव आत्मा का खेल देख रहा बाबा। असी प्रकाश वड्डे दे निक्के प्रकाश, सारी दुनिया है। बाहर तो जिहड़ी आपां नूं दिखदी आ, तो माया है, शरीरां दी माया। तेवर खाई रजो तमो सतो दी खाई, तिना चो नहीं निकलता बंदा, जा खाई पट्टी बैठा हो, जा आ नेड़े मेरे जड़ा हो। ये आप कल नूं नक्शा पेश कर देंगे सारा, भी मन अंदर किड्डा आकी होया बैठा है, आकी राजा बन के आकी, जो खा मेरे नेड़े आवे कोई जेड़ा मैनू। हुण इधर बाबा कहंदा तैनू मारना, इधर गल उल्टा। बाबा कहंदा जेड़ा आकड़िया पैना ना, हंकारी फिरदा तू, हौमे च सब कुछ ते काम करो, लो मुहकार भोग के कहना ऐश लेना, मैं तैनू मैं मारना है। बाबा इत्थे मारदा ओ, पर ये मारिया होया सदा दा जिउंदा हो जाना है। ओदे 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 ना मारिया तां मर मर जम्मेगा। ये मना गुरु साहब का कृपा कर, ये दुगां आप विचार सच्चे पातशाह दी, ये शब्द कल नूं मारे पूरा, पर पूरा होने वाला क्यों नहीं है। हौमे का तो सारा रौला है, मन का तो सारा रौला है। ये काबू हो गया, हौमे मर गई, असी रब सानू गुरु कलियां वाले पातशाह ने दर्शन दे देने आ। कलियां वाले पातशाह दर्शन क्यों नहीं बैठे ने, दर्शन क्यों नहीं हुंदे सानू। मूरे मैं दी माड़ी जी दस दिए भाई, ये बेचारे पीर बुद्धू शाह गुरु साहब को आउंदा, पीर बुद्धू शाह, बुद्धू सिंह आ, हुण सिंह शाह नहीं है, नाले शाह लग्या सी नाले पीर लग्या सी, दो शब्द लगे सी ओहदे नाल। क्यों 700 तो चेला सी, अज बाबियां दे थोड़े चेले ने, 700 चेला सी ओहदा भी, वो भी हम हैं, ओनू सारे मत्था टेकदे सी। जब ओनू अंदरों लग्या भी रब तां मिलिया नहीं मैनू, ਉਹਨੂੰ दस पै गई, अंदर सूह पै गई। जब गुरु गोबिंद सिंह जी का नाम सुनिया, कहना मैं भी आनंदपुर जाना है, आनंदपुर चला गया गुरु साहब। आप चिट्टे दाड़ा ते
ਬਜ਼ੁਰਗ ਸੀ, ਗੁਰੂ ਸਾਹਿਬ ਦੀ ਉਮਰ ਹਜੇ ਛੋਟੀ ਸੀ। ਦੇਖ ਕੇ ਕਹਿੰਦਾ ਇਹ ਇਹਨਾਂ ਨੂੰ ਕਹਿੰਦਾ ਮੈਂ ਤਾਂ ਪੀਰ ਹਾਂ, ਮੈਂ ਐਡਾ ਮੇਰੇ ਮਰੀਦ ਨਾਲ ਸੀਗੇ ਤੇ ਗੁਰੂ ਸਾਹਿਬ ਵੱਲ ਨੂੰ ਝੁਕੇ ਹੀ ਨਾ। ਤੇ ਇਹ ਕਰ ਦਿੱਤਾ ਸਵਾਲ ਬਈ ਰੱਬ ਕਿਵੇਂ ਮਿਲੇ? ਮੈਂ ਰੱਬ ਲੈਣ ਆਇਆ। ਅੰਦਰੋਂ ਤਾਂ ਬੜੀ ਖਾਸ ਸੀ ਉਹੀ, ਮੈਨੂੰ ਰੱਬ ਨਹੀਂ ਮਿਲਿਆ। ਪਰਮਾਤਮਾ ਨਾਲ ਕਿਵੇਂ ਮਿਲਾਪ ਹੋਵੇ? ਗੁਰੂ ਸਾਹਿਬ ਕਹਿੰਦੇ ਰਾਤ ਤੇ ਦਿਨ ਦਾ ਕਦੇ ਮਿਲਾਪ ਹੋਇਆ? ਆਹ ਜਵਾਬ ਦਿੱਤਾ। ਹੁਣ ਇਹਦੇ ਪਿੱਛੇ ਬੜਾ ਇੱਥੇ ਅੰਦਰ ਅਸੀਂ ਗੱਲ ਸਮਝਣੀ ਆ, ਅੰਦਰ ਅਸੀਂ ਗੱਲ ਸਮਝਣੀ ਆ ਵੀ ਰਾਤ ਤੇ ਦਿਨ ਦਾ ਕਦੇ ਮਿਲਾਪ ਹੋਇਆ? ਇਹਨਾਂ ਦਾ ਤਾਂ ਕਦੇ, ਜੋ ਰਾਤ ਹੋ ਜਾਂਦੀ ਹੈ ਉਦੋਂ ਦਿਨ ਹੈ ਨਹੀਂ, ਜੋ ਦਿਨ ਹੋ ਜਾਂਦਾ ਉਦੋਂ ਰਾਤ ਹੈ ਨਹੀਂ, ਜਦੋਂ ਹਉਮੈ ਹੈ ਤਾਂ ਹੁਕਮ ਹੈ ਨਹੀਂ, ਹੁਕਮ ਆ ਗਿਆ ਤਾਂ ਹਉਮੈ ਹੈ ਨਹੀਂ। ਗੱਲ ਤਾਂ ਗੁਰੂ ਕਹਿੰਦੇ ਆ ਵਿਚਾਰੇ ਜਿਹੜੀ ਕੰਧ ਪੀਰ ਪੁਣੇ ਦੀ ਤੋੜੀ ਬੈਠਾ, ਗੱਲ ਤਾਂ ਉਹਨੂੰ ਸਵਾਲ ਉਹ ਸਮਝ ਗਿਆ ਅੰਦਰੋਂ। ਆਪਾਂ ਤਾਂ ਉਹਨੂੰ ਸਮਝ ਨਹੀਂ ਆਉਂਦੀ। ਜਿਹੜਾ ਮੈਂ ਪੀਰ, ਮੇਰੇ ਇੰਨੇ ਮਰੀਦ, ਇਹ ਕੰਧ ਤੋੜ, ਮਹਾਰਾਜ ਦੇ ਚਰਨੀ ਡਿੱਗ ਪਿਆ। ਕਿਉਂ? ਗੁਰੂ ਸਾਹਿਬ ਦੇ ਚਰਨੀ ਡਿੱਗ ਕੇ ਜਦੋਂ ਡਿੱਗਦੇ ਆਪਾਂ ਉਦੋਂ ਕਹਿੰਦੇ ਕੱਖ ਨਹੀਂ ਹਾਸੀ। ਆਹ ਸਾਡਾ ਮੱਥਾ ਟੇਕਣ, ਸੱਚੇ ਪਾਤਸ਼ਾਹ ਸਭ ਕੁਛ ਤੇਰਾ ਹੈ ਉਹਦਾ ਹੀ ਸੀ। ਅਸੀਂ ਹਉਮੈ ਨਹੀਂ ਸਾਨੂੰ ਟੇਕਣ ਦਿੰਦੀ, ਹੰਕਾਰ ਨਹੀਂ ਟੇਕਣ ਦਿੰਦਾ। ਹੰਕਾਰ ਆਕੜਿਆ ਰਹਿੰਦਾ ਹੈ। ਹੰਕਾਰੀ ਬੰਦਾ ਤਾਂ ਇੱਥੇ ਮੱਥਾ ਹੀ ਨਹੀਂ ਟੇਕ ਸਕਦਾ। ਤੇ ਗੁਰੂ ਸਾਹਿਬ ਜੀ ਸਤਨ ਮਨ ਤਨ ਐਵੇਂ ਤਾਂ ਨਹੀਂ ਪੰਜ ਪਿਆਰੇ ਉਦੋਂ ਕਿਹਾ। ਤੇ ਅਸੀਂ ਸੱਚੇ ਪਾਤਸ਼ਾਹ ਹੁਣ ਗਾਂ ਪੀਰ ਜਦੋਂ ਦੇਖ ਲਓ ਫਿਰ ਕਿੱਡੀ ਜੋ ਪਤਾ ਲੱਗਾ ਉਦੋਂ ਜੀ ਗੁਰੂ ਸਾਹਿਬ ਦੇ ਦਰਸ਼ਨ ਦੇ ਤੇ ਹਉਮੈ ਟੁੱਟ ਗਈ, ਪੀਰ ਪੁਣਾ ਛੱਡ ਗਿਆ। ਕਹਿੰਦਾ ਅੱਲਾ ਸਭ ਕੁਛ ਤੇਰਾ, ਪੁੱਤ ਵੀ ਬਾੜ ਤੇ। ਇਹ ਸਾਨੂੰ ਇੱਕ ਹੈ, ਇਹ ਹਉਮੈ ਦੀ ਗੱਲ ਹੈ। ਆਪਾਂ ਇਹ ਕੱਲ ਨੂੰ ਹਉਮੈ ਦੇ ਵਿੱਚ ਗੱਲ ਕਰਾਂਗੇ ਵੀ ਗੁਰਬਾਣੀ ਕੀ ਹੈ, ਉਵੇਂ ਕਹਿੰਦੀ ਆ ਕਿ ਨਹੀਂ। ਸਭ ਕੁਝ ਸੱਚੇ ਪਾਤਸ਼ਾਹ ਨੇ ਬਚਨਾਂ ਰਾਹੀਂ ਦੱਸਿਆ। ਫਿਰ ਇੱਥੇ ਹੀ ਆਪਾਂ ਵਿਚਾਰ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਪਤਤ, ਅਸੀਂ ਤਾਂ ਡਿਕਲੇਅਰ ਪਹਿਲਾਂ ਪਤਤ ਸੱਚੇ ਪਾਤਸ਼ਾਹ ਤੂੰ ਸਾਨੂੰ ਉਧਾਰ ਦੇ। ਇੱਕ ਬਚਨ ਪਹਿਲਾਂ ਕਰੈਤੀਆਂ ਨੂੰ ਕੋਈ ਹੋਊਗਾ ਮਾਈ ਦਾ ਲਾਲ ਜੀ ਨੇ ਸਿਰ ਨਹੀਂ, ਬਾਲਾਂ ਨੂੰ ਹੱਥ ਨਹੀਂ ਲਾਇਆ। ਸੱਚੇ ਪਾਤਸ਼ਾਹ ਮਿਹਰ ਕੀਤੀ ਆ ਤੁਸੀਂ। ਦੂਜੀ ਗੱਲ, ਹੁਣ ਮਨ ਜਿਹੜਾ ਹੈ ਉਹ ਵੀ ਤੁਸੀਂ ਟਿਕਾਉਣਾ ਹੈ। ਇਹ ਨਹੀਂ ਵੀ ਆਪਦੇ ਵਿਚਾਰ ਸਾਨੂੰ ਅੰਦਰ ਪੂਰੀ ਸਾਰਾ ਦਿਨ ਸਾਨੂੰ ਅੰਦਰੋਂ ਡੰਡੇ ਨਾਲ ਰੱਖਿਆ ਕਰੋ, ਆਪਦਾ ਡੰਡਾ ਖੜਕਾਈ ਰੱਖਿਆ ਕਰੋ। ਵਾਹਿਗੁਰੂ ਗੁਰਮੰਤਰ ਦਾ ਸੱਚੇ ਪਾਤਸ਼ਾਹ ਸਿਰ 'ਚ ਮਾਰੀ ਜਾਇਆ ਕਰੋ। ਇਹ ਮਨ ਭੂਤ ਆ, ਇਹ ਭੂਤ ਨੇ ਤਾਂ ਕਾਬੂ ਆਉਣਾ। ਇਹਨੂੰ ਤੁਸੀਂ ਬਸ ਕਰੋਗੇ ਜਦ ਕਹਿੰਦੇ ਤੁਸੀਂ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਅਸੀਂ ਤਾਂ ਹੁਣ ਤੁਹਾਡੇ ਅੱਗੇ ਦਿੱਤੇ ਹਾਂ, ਸਾਤੋਂ ਨਹੀਂ ਇਹ ਮਨ ਬਸ। ਜੇ ਕਹੋਗੇ ਨਾ ਵੀ ਅਸੀਂ ਜਾਚਾਂ ਨਾਲ ਸਿਆਣਪਾਂ ਨਾਲ ਜਾਂ ਹੋਰ ਕੁਛ ਹਉਮੈ ਕੱਢ ਲਾਂਗੇ, ਮੈਂ ਮਨ ਨੂੰ ਕਾਬੂ ਕਰ ਲਾਂਗੇ, ਕੋਈ ਨਹੀਂ ਦੁਨੀਆ ਜੋ ਕਰ ਸਕਿਆ। ਹਉਮੈ ਭਗਤ ਕਰੇ ਸਭ ਕੋਏ, ਭਗਤੀ ਵੀ ਦੁਨੀਆ ਹਉਮੈ ਚ ਕਰਦੀ ਆ। ਨਾ ਮਨ ਭੀਜੇ ਨਾ ਸੁਖ ਹੋਏ। ਗੁਰੂ ਸਾਹਿਬ ਕਹਿੰਦੇ ਮਨ ਨਹੀਂ ਭੀਜਦਾ, ਨਾ ਸੁਖ ਹੋਣਾ। ਕਹਿ ਆਪ ਜਣਾਏ। ਮੈਂ ਤਾਂ ਯਾਰ ਇੰਨੀ ਸਮਾਧੀ ਲਾਉਣਾ, ਮੈਨੂੰ ਤਾਂ ਆਹ ਨਹਦ ਵੱਜਦਾ। ਬਿਰਥੀ ਭਗਤ ਸਭ ਜਨਮ ਗਵਾਏ। ਜਿਹੜਾ ਕਹਿੰਦਾ ਵੀ ਆ ਮੇਰੇ ਆਨੰਦ ਵੱਜਦਾ, ਮੇਰੇ ਅੰਮ੍ਰਿਤਲਾ ਸੌਂਦਾ, ਮੈਨੂੰ ਆਹ ਆਉਂਦਾ। ਮਹਾਰਾਜ ਕਹਿੰਦੇ ਆਪਦੇ ਆਪ ਨੂੰ ਜਣਾਉਣਾ ਬਈ ਮੈਨੂੰ ਦੁਨੀਆ ਬਹੁਤ ਪੂਜੂਗੀ, ਮੈਨੂੰ ਅੰਮ੍ਰਿਤਲਾ ਸੌਂਦਾ। ਇਹ ਬੰਦਾ ਹੀ ਤਾਂ ਗੁਰਮੁਖ ਬਣਿਆ ਪਿਆ, ਤਾਂ ਸੱਚਖੰਡ ਪਹੁੰਚਿਆ ਪਿਆ। ਕਹਿੰਦੇ ਬਿਰਥੀ ਭਗਤ ਸਾਰੀ ਭਗਤੀ ਤੇਰੀ ਗਈ ਐਵੇਂ, ਆਪ ਜਣਾਏ। ਤੇਰੀ ਹੋਂਦ ਹੀ ਨਹੀਂ ਆਪਣੀ ਤਾਂ। ਓਏ ਅਸਲ ਗੱਲ ਆ ਹੈ, ਸੱਚੇ ਪਾਤਸ਼ਾਹ ਹੀ ਵਿਆਪਕ ਨੇ। ਭੁੱਲ ਚੋਂ ਅੱਖਰ ਵਾਧਾ ਘਾਟਾ, ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਭਿਓ ਆਪਦੇ ਆਪ ਨੂੰ ਕਿੱਥੇ ਆ ਆਪਾਂ ਅੰਦਰੋਂ। ਅੱਖਰ ਵਾਧਾ ਘਾਟਾ, ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ।